ਛੋਟੇ ਬੱਚੇ ਦੀ ਸਮਝ ਵੀ ਛੋਟੀ ਹੁੰਦੀ ਹੈ। ਉਹ ਆਪਣੇ ਖਿਡੌਣਿਆਂ ਨੂੰ ਹੀ ਆਪਣੀ ਦੁਨੀਆ ਸਮਝਦਾ ਹੈ। ਮਾਮੂਲੀ ਖਿਡੌਣੇ ਟੁੱਟਣ ਤੇ ਰੋਣ ਲੱਗ ਪੈਂਦਾ ਹੈ, ਵਿਰਲਾਪ ਕਰਦਾ ਹੈ। ਪਰ ਜਦੋਂ ਟੁੱਟੇ ਹੋਏ ਖਿਡੌਣੇ ਦੇ ਬਦਲੇ ਉਸ ਨੂੰ ਵੱਧ ਕੀਮਤੀ ਤੇ ਸੋਹਣਾ ਖਿਡੌਣਾ ਮਿਲਦਾ ਹੈ ਤਾਂ ਉਹ ਖੁਦ ਬਖੁਦ ਪਹਿਲੇ ਖਿਡੌਣੇ ਨੂੰ ਭੁੱਲ ਜਾਂਦਾ ਹੈ ਤੇ ਨਵੇਂ ਖਿਡੌਣੇ ਨਾਲ ਖੇਡਣ ਲੱਗ ਪੈਂਦਾ ਹੈ। ਇਸੇ ਤਰ੍ਹਾਂ ਜਦੋਂ ਮਨੁੱਖ ਨੂੰ ਇਹ ਯਕੀਨ ਹੋ ਜਾਵੇ ਕਿ ਉਸ ਦੀ ਹਉਮੈ ਨੇ ਉਸ ਦੀਆਂ ਅੱਖਾਂ ਸਾਹਮਣੇ ਸਦਾ ਮਿੱਟੀ ਦੇ ਖਿਡੌਣੇ ਹੀ ਰੱਖੇ ਨੇ ਜੋ ਹਰ ਵੇਲੇ ਟੁੱਟਦੇ ਭੱਜਦੇ ਤੇ ਦੁਖੀ ਕਰਦੇ ਰਹਿੰਦੇ ਨੇ, ਤੇ ਉਸ ਨੂੰ ਇਹ ਵੀ ਪਤਾ ਲੱਗ ਜਾਵੇ ਕਿ ਹਉਮੈ ਦਾ ਤਿਆਗ ਕੀਤਿਆਂ ਦੁਨੀਆ ਦੀਆਂ ਅਟੱਲ ਤੇ ਵੱਡਮੁੱਲੀਆਂ ਦਾਤਾਂ ਉਸ ਨੂੰ ਮਿਲ ਜਾਣਗੀਆਂ, ਤਾਂ ਉਸ ਦੀ ਪੁਰਾਣੀ ਹਉਮੈ ਆਪਣੇ ਆਪ ਮਰ ਜਾਂਦੀ ਹੈ, ਮਿਟ ਜਾਂਦੀ ਹੈ। ਇਹ ਇਨਸਾਨ ਦਾ ਸੁਭਾਅ ਹੈ ਕਿ ਵਧੀਆ ਚੀਜ਼ਾਂ ਮਿਲ ਜਾਣ ਤੇ ਘਟੀਆ ਚੀਜ਼ਾਂ ਨੂੰ ਭੁਲਾ ਦਿੰਦਾ ਹੈ। ਕਿਸੇ ਦੀ ਪੁਰਾਣੀ ਘੜੀ ਡਿੱਗ ਪਵੇ ਤਾਂ ਉਸੇ ਵੇਲੇ ਸੋਨੇ ਦੀ ਘੜੀ ਲੱਭ ਪਵੇ ਤਾਂ ਉਹ ਆਪਣੀ ਪੁਰਾਣੀ ਘੜੀ ਵਾਸਤੇ ਵਿਰਲਾਪ ਨਹੀਂ ਕਰੇਗਾ। ਜਿਵੇਂ ਕਿਸੇ ਬੰਦੇ ਕੋਲੋਂ ਲੱਖ ਰੁਪਏ ਦੀ ਜਾਇਦਾਦ ਲੈ ਕੇ ਉਸ ਨੂੰ 50 ਲੱਖ ਦੀ ਜ਼ਗੀਰ ਮਿਲ ਜਾਏ ਤਾਂ ਉਹਨੂੰ ਪਹਿਲੀ 1 ਲੱਖ ਦੀ ਜਾਇਦਾਦ ਚਿੱਤ-ਚੇਤੇ ਵੀ ਨਹੀਂ ਰਹਿਣੀ। ਜਦੋਂ ਇਨਸਾਨ ਨੂੰ ਪਤਾ ਲੱਗਦਾ ਹੈ ਕਿ ਉਸ ਦੀ ਹਉਮੈ ਨੇ ਉਸ ਨੂੰ ਇੱਕ ਤੰਗ, ਛੋਟੀ ਤੇ ਬੜੀ ਲਿਮਟਿਡ ਜ਼ਿੰਦਗੀ ਦਿੱਤੀ ਸੀ, ਜਿਸ ਵਿੱਚ ਭਟਕਣਾ, ਕਲਪਨਾ, ਪਾਪ, ਥੁੜ, ਬਿਮਾਰੀ, ਬੇਵਫਾਈ, ਵਿਛੋੜਾ ਤੇ ਮੌਤ ਸੀ, ਤੇ ਉਸ ਨੂੰ ਛੱਡ ਕੇ ਇਹੋ ਜਿਹੀ ਜ਼ਿੰਦਗੀ ਦਾ ਗਿਆਨ ਹੋ ਜਾਵੇ ਜਿੱਥੇ ਪੂਰਨਤਾ, ਬੇਫਿਕਰੀ, ਬੇਮੁਥਾਜੀ, ਸਿਹਤ, ਖੁਸ਼ੀ, ਸ਼ਾਂਤੀ, ਆਨੰਦ, ਬੇਪਰਵਾਹੀ ਤੇ ਅਟੱਲ ਜ਼ਿੰਦਗੀ ਹੋਵੇ, ਤਾਂ ਇਨਸਾਨ ਖੁਸ਼ੀ ਨਾਲ ਹਉਮੈ ਵਾਲੀ ਜ਼ਿੰਦਗੀ ਦਾ ਤਿਆਗ ਕਰਕੇ ਇਸ ਨਵੀਂ ਦੁਨੀਆ ਵਿੱਚ ਰਹਿਣਾ ਮਨਜ਼ੂਰ ਕਰ ਲਵੇਗਾ। ਇਨਸਾਨ ਦੀ ਹਉਮੈ ਅਸਲ ਅਰਥਾਂ ਵਿੱਚ ਤਾਂ ਹੀ ਮਰ ਸਕਦੀ ਹੈ ਜੇ ਉਸ ਨੂੰ ਹਉਮੈ ਦੀ ਜ਼ਿੰਦਗੀ ਤੋਂ ਪੂਰੀ ਨਫ਼ਰਤ ਤੇ ਹਉਮੈ ਰਹਿਤ ਜ਼ਿੰਦਗੀ ਨਾਲ ਪੂਰੀ ਤਰ੍ਹਾਂ ਪਿਆਰ ਪੈਦਾ ਹੋ ਜਾਵੇ। ਇਸ ਨੂੰ ਜਿੰਨਾ ਛੇਤੀ ਤੇ ਆਸਾਨੀ ਨਾਲ ਬੰਦਗੀ ਜਾਂ ਨਾਮ ਅਭਿਆਸ ਪੂਰਾ ਕਰ ਸਕਦਾ ਹੈ, ਹੋਰ ਕੋਈ ਜੁਗਤੀ ਕਰ ਨਹੀਂ ਸਕਦੀ। ਅਭਿਆਸੀ ਬੰਦੇ ਨੂੰ ਦੁਨੀਆ ਅਸਲ ਸ਼ਕਲ ਵਿੱਚ ਨਜ਼ਰ ਆ ਜਾਂਦੀ ਹੈ। ਉਸ ਵਿੱਚ ਮਾਇਆ ਦਾ ਪਰਦਾ ਪਾੜ ਕੇ ਅਸਲੀਅਤ ਵੇਖਣ ਵਾਲੀ ਦ੍ਰਿਸ਼ਟੀ ਪੈਦਾ ਹੋ ਜਾਂਦੀ ਹੈ, ਜਿਸ ਨਾਲ ਉਹ ਸੱਚ ਤੇ ਝੂਠ ਦੀ ਪਛਾਣ ਕਰਕੇ ਅਸਲ ਜ਼ਿੰਦਗੀ ਹਾਸਲ ਕਰ ਲੈਂਦਾ ਹੈ ਤੇ ਉਸ ਦਾ ਮਹਾ ਆਨੰਦ ਮਾਣ ਕੇ ਸੱਚ ਨਾਲ ਜੁੜ ਕੇ ਸੱਚ ਦਾ ਰੂਪ ਹੋ ਜਾਂਦਾ ਹੈ। ਤੀਜਾ ਸਾਧਨ। ਹਉਮੈ ਦੇ ਤਿਆਗ ਦਾ ਤੀਜਾ ਸਾਧਨ ਆਪਣੇ ਮਨ ਦੀਆਂ ਇੱਛਾਵਾਂ ਨੂੰ ਰੋਕਣਾ ਤੇ ਕਾਬੂ ਵਿੱਚ ਲਿਆਉਣਾ ਹੈ। ਜੇ ਮਨ ਨੂੰ ਬਿਲਕੁਲ ਖੁੱਲ੍ਹਾ ਛੱਡ ਦਿਓ ਤਾਂ ਇਹ ਬੜੀਆਂ ਭਿਆਨਕ ਹਾਲਤਾਂ ਵਿੱਚ ਫਸਾ ਦਿੰਦਾ ਹੈ ਤੇ ਇਨਸਾਨ ਨੂੰ ਆਪਣਾ ਗੁਲਾਮ ਬਣਾ ਲੈਂਦਾ ਹੈ। ਇਸ ਦੀ ਇੱਕ ਗੱਲ ਮੰਨੋ ਤਾਂ 50 ਗੱਲਾਂ ਹੋਰ ਮਨਾਉਣ ਵਾਸਤੇ ਜ਼ੋਰ ਲਾਉਣਾ ਸ਼ੁਰੂ ਕਰ ਦਿੰਦਾ ਹੈ। ਮਨ ਦੀ ਤ੍ਰਿਸ਼ਨਾ ਵਾਹਿਗੁਰੂ ਨੂੰ ਮਿਲਣ ਤੋਂ ਬਿਨਾਂ ਕਦੇ ਬੁੱਝ ਨਹੀਂ ਸਕਦੀ। ਇਸ ਵਾਸਤੇ ਇਸ ਨੂੰ ਦੁਨਿਆਵੀ ਚੀਜ਼ਾਂ ਨਾਲ ਜਿੰਨਾ ਮਰਜ਼ੀ ਤ੍ਰਿਪਤ ਕਰਨ ਦਾ ਯਤਨ ਕਰੋ, ਓਨਾ ਹੀ ਇਹ ਬੇਸਬਰਾ ਹੁੰਦਾ ਜਾਏਗਾ ਤੇ ਆਪਣੀਆਂ ਇੱਛਾਵਾਂ ਨੂੰ ਹੋਰ ਵਧਾਈ ਜਾਵੇਗਾ। ਸਾਨੂੰ ਇਹ ਚੇਤੇ ਰੱਖਣਾ ਚਾਹੀਦਾ ਹੈ ਕਿ ਮਨ ਦਾ ਸੁਭਾਅ ਹੀ ਅਸੰਤੁਸ਼ਟ ਰਹਿਣਾ ਹੈ, ਭਾਵ ਮਨ ਕਦੇ ਤ੍ਰਿਪਤ ਨਹੀਂ ਹੁੰਦਾ। ਇਸ ਖਿਆਲ ਨਾਲ ਕਿ ਮਨ ਵਿੱਚ ਸਦਾ ਅਸੰਤੁਸ਼ਟ ਰਹਿਣ ਦੀ ਆਦਤ ਬੜੀ ਚੰਗੀ ਹੈ, ਇਸ ਦਾ ਸਭ ਤੋਂ ਵੱਡਾ ਅਵਗੁਣ ਅਖੀਰ ਇਸ ਦੀ ਮੁਕਤੀ ਦਾ ਕਾਰਨ ਬਣ ਜਾਂਦਾ ਹੈ। ਜੇ ਇਸ ਵਿੱਚ ਇਹ ਡਿਸਸੈਟਿਸਫੈਕਸ਼ਨ ਦੀ ਆਦਤ ਨਾ ਹੁੰਦੀ ਤਾਂ ਇਹ ਕਦੇ ਵਾਹਿਗੁਰੂ ਤੱਕ ਨਾ ਪਹੁੰਚ ਸਕਦਾ। ਇਸ ਨੂੰ ਜਿੱਥੇ ਕਿਤੇ ਕੋਈ ਸੁੱਖ ਮਿਲ ਜਾਂਦਾ ਉੱਥੇ ਮਸਤ ਹੋ ਕੇ ਬੈਠਾ ਰਹਿੰਦਾ। ਇਸ ਦੇ ਅਰਥ ਇਹ ਨੇ ਕਿ ਉਸ ਦੀ ਆਤਮਿਕ ਤਰੱਕੀ ਰੁਕੀ ਰਹਿੰਦੀ, ਪਰ ਮਨ ਦਾ ਇਹ ਸੁਭਾਅ ਕਿ ਉਹ ਕਿਸੇ ਚੀਜ਼ ਨਾਲ, ਕਿਸੇ ਸੁੱਖ ਨਾਲ ਸਦਾ ਲਈ ਤ੍ਰਿਪਤ ਨਹੀਂ ਹੁੰਦਾ। ਹਾਂ, ਆਰਜ਼ੀ ਭੁਲੇਖਾ
ਜ਼ਰੂਰ ਹੋ ਜਾਂਦਾ ਹੈ, ਪਰ ਉਸ ਦੀ ਹਰੇਕ ਆਰਜ਼ੀ ਭਾਵ ਥੋੜ ਚਿਰੇ ਭੁਲੇਖੇ ਦੇ ਮਗਰੋਂ ਅੱਖ ਖੁੱਲ੍ਹਦੀ ਏ ਤਾਂ ਉਹ ਹੋਰ ਵੱਡਾ ਸੁੱਖ ਹਾਸਲ ਕਰਨ ਲਈ ਤੁਰ ਪੈਂਦਾ ਹੈ। ਇਸ ਤਰ੍ਹਾਂ ਉਸ ਦੀ ਆਤਮਿਕ ਤਰੱਕੀ ਦੀ ਰਫ਼ਤਾਰ ਵੀ ਜਾਰੀ ਰਹਿੰਦੀ ਹੈ ਤੇ ਪੱਕੇ ਤੌਰ ਤੇ ਸਿਰਫ ਉਦੋਂ ਖਤਮ ਹੁੰਦੀ ਹੈ ਜਦੋਂ ਪੂਰਨ ਸ਼ਾਂਤੀ ਤੇ ਆਨੰਦ ਦੇ ਸੋਮੇ ਨੂੰ ਲੱਭ ਕੇ ਉਹਦੇ ਵਿੱਚ ਤਾਰੀਆਂ ਲਾਉਂਦਾ ਲਾਉਂਦਾ ਉਸ ਦਾ ਰੂਪ ਹੋ ਜਾਏ। ਜਿਵੇਂ ਸਤਿਗੁਰੂ ਜੀ ਨੇ ਬਾਣੀ ਵਿੱਚ ਆਖਿਆ, ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ। ਹੁਣ ਅਸੀਂ ਮਨ ਨੂੰ ਮਾਰਨ ਦਾ ਮਤਲਬ ਸਮਝਾਂਗੇ। ਹਉਮੈ ਦੇ ਤਿਆਗ ਵਾਸਤੇ ਮਨ ਉੱਤੇ ਕਾਬੂ ਪਾਉਣਾ ਤੇ ਜਿੱਥੋਂ ਤੱਕ ਹੋ ਸਕੇ ਇਸ ਦੀਆਂ ਅਯੋਗ ਮੰਗਾਂ ਨੂੰ ਰੋਕਣਾ ਤੇ ਹਮੇਸ਼ਾ ਇਸ ਨੂੰ ਸਿਮਰਨ ਅਭਿਆਸ ਵਿੱਚ ਲਾਈ ਰੱਖਣਾ ਚਾਹੀਦਾ ਹੈ। ਇੱਕ ਮਹਾਤਮਾ ਰਾਤ ਨੂੰ ਸੌਣ ਵੇਲੇ ਆਪਣੇ ਸਭ ਸਤਸੰਗੀਆਂ ਨੂੰ ਆਖਦੇ ਹੁੰਦੇ ਸਨ, ਭਾਈ ਰਾਤ ਆ ਗਈ ਜੇ, ਮਨ ਨਾਲ ਮੋਰਚਾ ਲਾ ਲਓ। ਖਾਣ ਪੀਣ ਪਹਿਨਣ ਹੱਸਣ ਖੇਡਣ ਵਿੱਚ ਇਸ ਮਨ ਨੂੰ ਬੇਮੁਹਾਰਾ ਨਹੀਂ ਛੱਡਣਾ ਚਾਹੀਦਾ। ਇਸ ਦਾ ਮਤਲਬ ਇਹ ਨਹੀਂ ਕਿ ਮਨ ਦੀਆਂ ਯੋਗ ਲੋੜਾਂ ਵੀ ਬੰਦ ਕਰ ਦੇਣੀਆਂ ਚਾਹੀਦੀਆਂ ਨੇ। ਹਾਂ, ਸਗੋਂ ਮਨ ਨੂੰ ਭੁੱਖਿਆਂ ਰੱਖਣ ਨਾਲ ਇਸ ਦਾ ਅਸਰ ਜਿਹੜਾ ਹੈ ਉਹ ਉਲਟਾ ਵੀ ਹੋ ਸਕਦਾ ਹੈ। ਮਨ ਡਾਵਾਂ ਡੋਲ ਤੇ ਉਦਾਸ ਤੇ ਕਈ ਵਾਰ ਸਗੋਂ ਨੀਚ ਤੇ ਕਮੀਨਾ ਹੋ ਜਾਂਦਾ ਹੈ। ਇਸ ਵਾਸਤੇ ਮਨ ਨੂੰ ਦੁਨਿਆਵੀ ਪਾਸਿਆਂ ਤੋਂ ਰੋਕ ਕੇ ਰੂਹਾਨੀ ਪਾਸੇ ਵੱਲ ਹੌਲੀ-ਹੌਲੀ ਪਾਉਣਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਨਾਲ ਆਤਮਿਕ ਜ਼ਿੰਦਗੀ ਦਾ ਸੱਚਾ ਸਵਾਦ ਮਨ ਦੇ ਪਹਿਲੇ ਪੁਰਾਣੇ ਝੂਠੇ ਸਵਾਦਾਂ ਤੇ ਹੌਲੀ-ਹੌਲੀ ਪ੍ਰਭਾਵ ਪਾ ਲੈਂਦਾ ਹੈ। ਭਾਵ ਝੂਠੇ ਸਵਾਦ ਫਿੱਕੇ ਲੱਗਦੇ ਨੇ ਤੇ ਫਿਰ ਵਾਹਿਗੁਰੂ ਦੇ ਨਾਮ ਦਾ ਸਵਾਦ ਆਉਣ ਲੱਗ ਪੈਂਦਾ। ਜਿਵੇਂ ਜਿਵੇਂ ਹਉਮੈ ਘਟਦੀ ਹੈ ਉਵੇਂ ਉਵੇਂ ਬੰਦੇ ਦੀ ਖੁਸ਼ੀ, ਆਨੰਦ, ਬੇਫਿਕਰੀ ਤੇ ਬੇਮੁਥਾਜੀ ਵੱਧ ਜਾਂਦੀ ਹੈ। ਅਰਸ਼ੀ ਜ਼ਿੰਦਗੀ ਦਾ ਮਹਾ ਆਨੰਦ ਆਉਂਦਾ ਹੈ ਤੇ ਇਨਸਾਨ ਅਰਸ਼ੀ ਜ਼ਿੰਦਗੀ ਦਾ ਹਿੱਸਾ ਬਣਨਾ ਸ਼ੁਰੂ ਕਰ ਦਿੰਦਾ ਹੈ। ਅਖੀਰ ਇੱਕ ਐਸੀ ਅਵਸਥਾ ਆ ਜਾਂਦੀ ਹੈ ਜਿੱਥੇ ਹਉਮੈ ਸਿਰਫ ਓਨੀ ਹੀ ਰਹਿ ਜਾਂਦੀ ਹੈ ਜਿੰਨੀ ਸਰੀਰ ਨੂੰ ਕਾਇਮ ਰੱਖਣ ਵਾਸਤੇ ਜ਼ਰੂਰੀ ਹੋ। ਆਤਮਾ ਅੱਠੇ ਪੈਰ ਪਰਮਾਤਮਾ ਦੇ ਪ੍ਰੇਮ ਵਿੱਚ ਲੀਨ ਰਹਿੰਦੀ ਹੈ। ਇਨਸਾਨ ਹਰ ਵੇਲੇ ਮਸਤ ਤੇ ਇਲਾਹੀ ਰੰਗ ਵਿੱਚ ਰੰਗਿਆ ਰਹਿੰਦਾ ਹੈ। ਇਹ ਮਨ ਦੀ ਫੁਰਨਿਆਂ ਤੇ ਸੰਕਲਪਾਂ ਤੋਂ ਰਹਿਤ ਅਵਸਥਾ ਹੁੰਦੀ ਹੈ ਜਿਸ ਦੇ ਆਨੰਦ ਦੇ ਮੁਕਾਬਲੇ ਵਿੱਚ ਸ੍ਰਿਸ਼ਟੀ ਦਾ ਰਾਜ ਵੀ ਮਾਮੂਲੀ ਜਾਪਦਾ ਹੈ, ਜਾਂ ਉਸ ਮਿੱਟੀ ਦੇ ਖਿਡੌਣੇ ਵਰਗਾ ਜਾਪਦਾ ਹੈ ਜਿਸ ਦੇ ਬਦਲੇ ਉਸ ਤੋਂ 100 ਗੁਣਾ ਕੀਮਤੀ, ਸੋਹਣਾ ਤੇ ਨਾ ਟੁੱਟਣ ਭੱਜਣ ਵਾਲਾ ਖਿਡੌਣਾ ਮਿਲ ਗਿਆ ਹੋਵੇ। ਇਹ ਮਿਲਾਪ ਦੀ ਆਖਰੀ ਅਵਸਥਾ ਹੈ ਜਿੱਥੇ ਸਿਰਫ ਮਿਲਾਪ ਦੀ ਖੁਸ਼ੀ ਮਾਣਨ ਜੋਗੀ ਹਉਮੈ ਹੀ ਰਹਿ ਜਾਂਦੀ ਹੈ। ਹਾਂ, ਇਸ ਅਵਸਥਾ ਤੋਂ ਪਰੇ ਮਿਲਾਪ ਨਹੀਂ ਰਹਿੰਦਾ, ਸਗੋਂ ਆਸ਼ਕ ਖੁਦ ਮਾਸ਼ੂਕ ਦਾ ਰੂਪ ਹੋ ਜਾਂਦਾ ਹੈ ਤੇ ਦਵੈ ਤੇ ਏਕ ਰੂਪ ਹੋ ਜਾਂਦਾ ਹੈ। ਹਉਮੈ ਦੇ ਖਤਮ ਹੋਣ ਨਾਲ ਸਰੀਰ ਦਾ ਕਾਇਮ ਰਹਿਣਾ ਮੁਸ਼ਕਲ ਹੈ। ਹਉਮੈ ਹੀ ਸਰੀਰ ਦੇ ਰਚੇ ਜਾਣ ਦਾ ਕਾਰਨ ਹੈ ਤੇ ਹਉਮੈ ਦੇ ਆਸਰੇ ਹੀ ਸਰੀਰ ਕਾਇਮ ਰਹਿੰਦਾ ਹੈ ਤੇ ਹਉਮੈ ਦੇ ਖਤਮ ਹੋ ਜਾਣ ਨਾਲ ਸਰੀਰ ਵੀ ਖਤਮ ਹੋ ਜਾਂਦਾ ਹੈ, ਕਿਉਂਕਿ ਉਦੋਂ ਸਰੀਰ ਦੀ ਲੋੜ ਹੀ ਨਹੀਂ ਰਹਿੰਦੀ। ਜਿਵੇਂ ਕੋਠੇ ਤੇ ਚੜ੍ਹਨ ਵਾਸਤੇ ਪੌੜੀ ਦੀ ਲੋੜ ਹੁੰਦੀ ਹੈ, ਪਰ ਜਦੋਂ ਕੋਠੇ ਤੇ ਚੜ੍ਹ ਕੇ ਫਿਰ ਹੇਠਾਂ ਉਤਰਨਾ ਹੀ ਨਾ ਹੋਵੇ ਤਾਂ ਫਿਰ ਪੌੜੀ ਦੀ ਲੋੜ ਨਹੀਂ ਰਹਿੰਦੀ। ਜਦੋਂ ਆਤਮਾ ਨੂੰ ਪਰਮਾਤਮਾ ਵਿੱਚ ਲੀਨ ਹੋ ਕੇ ਉੱਥੇ ਰਹਿਣ ਦਾ ਅਭਿਆਸ ਹੋ ਜਾਵੇ ਤੇ ਮੁੜ ਸਰੀਰ ਵਿੱਚ ਆਉਣਾ ਦੁਖਦਾਈ ਤੇ ਫਜ਼ੂਲ ਲੱਗੇ ਤਾਂ ਫਿਰ ਸਰੀਰ ਦੀ ਅਗਲੇ ਜਨਮ ਦੀ ਕੋਈ ਲੋੜ ਨਹੀਂ ਰਹਿੰਦੀ। ਵੇਖੋ, ਗੁਰੂ ਜੀ ਨੇ ਆਖਿਆ ਸੀ, ਆਵਣ ਜਾਣ ਰਹਿਓ, ਤਪਤ ਕੜਾਹਾ ਬੁਝ ਗਿਆ, ਗੁਰ ਸੀਤਲ ਨਾਮ ਦੀਓ। ਹਉਮੈ ਅਤੇ ਹਉਮੈ ਤੋਂ ਰਹਿਤ ਅਵਸਥਾ ਦੇ ਬਾਰੇ ਵਿੱਚ ਮਿਸਟਰ ਐਡਵਰਡ
ਕਿ ਪੱਛਮੀ ਲੋਕ ਹਉਮੈ ਭਰੀ ਸ਼ਖਸੀਅਤ ਲੱਭਦੇ ਨੇ। ਸੋਹਣੀਆਂ ਵਿਚਾਰਾਂ ਨਾਲ ਭਰਿਆ ਹੋਇਆ ਦਿਮਾਗ, ਰੀਝ ਤੇ ਯਾਦਾਂ, ਉਮੀਦਾਂ ਤੇ ਡਰ, ਪ੍ਰੇਮ ਅਤੇ ਜਿੱਤਾਂ, ਹਉਮੈ ਤੇ ਉਸ ਦੀ ਸ਼ਖਸੀਅਤ, ਸਭ ਸ਼ਕਲਾਂ ਤੇ ਅਰਥਾਂ ਵਿੱਚ ਉਹ ਇਸ ਗੱਲ ਉੱਤੇ ਯਕੀਨ ਕਰਦੇ ਨੇ ਕਿ ਸੰਸਾਰਕ ਚੇਤਨਤਾ ਦੀ ਵੀ ਕੋਈ ਅਵਸਥਾ ਹੈ। ਪੂਰਬ ਦੇ ਰਹਿਣ ਵਾਲੇ ਸੰਸਾਰਕ ਸ਼ਖਸੀਅਤ ਭਾਲਦੇ ਨੇ, ਤੇ ਜਿੱਥੇ ਇਹ ਢੂੰਡ ਸਫਲ ਹੋਵੇ, ਸ਼ਖਸੀ ਆਪਾ ਅਤੇ ਜੀਵਨ ਇੱਕ ਸੁਪਨਾ ਪ੍ਰਤੀਤ ਹੁੰਦਾ ਹੈ ਤੇ ਕੇਵਲ ਅੰਦਰਲੇ ਦੀ ਸ਼ਾਨ ਦੇ ਪਰਛਾਵੇਂ ਭਾਸ। ਨਿਰਮਾਣਤਾ। ਜਿਵੇਂ 36 ਪ੍ਰਕਾਰ ਦੇ ਭੋਜਨ ਕਿਸੇ ਕੰਮ ਦੇ ਨਹੀਂ ਹੁੰਦੇ ਜੇ ਉਹਨਾਂ ਵਿੱਚ ਲੂਣ ਦੀ ਵਰਤੋਂ ਨਾ ਕੀਤੀ ਜਾਵੇ, ਬਿਲਕੁਲ ਉਸੇ ਤਰ੍ਹਾਂ ਭਗਤੀ ਜਾਂ ਬੰਦਗੀ ਨਿਰਮਾਣਤਾ ਤੋਂ ਬਿਨਾਂ ਬਿਲਕੁਲ ਫਿੱਕੀ ਤੇ ਬੇਸਵਾਦੀ ਹੋ ਜਾਂਦੀ ਹੈ ਅਤੇ ਆਪਣੇ ਮਨੋਰਥ ਤੱਕ ਨਹੀਂ ਪਹੁੰਚ ਸਕਦੀ। ਬੰਦਗੀ ਨੂੰ ਸਫਲਤਾ ਦੇ ਦਰਜੇ ਤੱਕ ਪਹੁੰਚਾਉਣ ਲਈ ਜਿੱਥੇ ਦ੍ਰਿੜਤਾ, ਅਰਦਾਸ ਅਤੇ ਸਿਮਰਨ ਦੀ ਲੋੜ ਹੈ, ਉੱਥੇ ਨਿਰਮਾਣਤਾ ਦੀ ਵੀ ਬਹੁਤ ਲੋੜ ਹੈ। ਬੰਦਗੀ ਨਿਰਮਾਣਤਾ ਤੋਂ ਸ਼ੁਰੂ ਹੁੰਦੀ ਹੈ ਤੇ ਨਿਰਮਾਣਤਾ ਤੇ ਹੀ ਖਤਮ ਹੁੰਦੀ ਹੈ। ਪਹਿਲੋਂ ਸਿੱਖ ਨਿਰਮਾਣ ਹੁੰਦਾ ਹੈ, ਫਿਰ ਉਸ ਦੀ ਨਿਰਮਾਣਤਾ ਅਰਦਾਸ ਜਾਂ ਅਰਜ਼ੋਈ ਦਾ ਰੂਪ ਧਾਰਨ ਕਰਦੀ ਹੈ। ਨਿਰਮਾਣ ਹੋ ਕੇ ਕੀਤੀਆਂ ਅਰਦਾਸਾਂ ਰੱਬੀ ਦਰਗਾਹ ਵਿੱਚ ਪਹੁੰਚਦੀਆਂ ਨੇ ਤੇ ਫਿਰ ਸਿੱਖ ਨੂੰ ਆਪਣੇ ਨਾਲੋਂ ਉੱਚੀ ਆਤਮਿਕ ਅਵਸਥਾ ਦੇ ਗੁਰਮੁਖ ਮਿਲਦੇ ਨੇ ਜੋ ਉਸ ਨੂੰ ਸਿਮਰਨ ਕਮਾਈ ਕਰਨ ਲਈ ਪ੍ਰੇਰਣਾ ਕਰਦੇ ਨੇ। ਸਿਮਰਨ ਕਮਾਈ ਕਰਦਾ ਕਰਦਾ ਗੁਰੂ ਕਾ ਸਿੱਖ ਆਪਣੇ ਅਤੇ ਵਾਹਿਗੁਰੂ ਦੇ ਅਟਲ ਰਿਸ਼ਤੇ ਤੋਂ ਜਾਣੂ ਹੋ ਜਾਂਦਾ ਹੈ। ਇਸ ਰੱਬੀ ਰਿਸ਼ਤੇ ਦੀ ਸਮਝ ਆ ਜਾਣ ਨਾਲ ਸਿੱਖ ਵਿੱਚ ਬੜੀਆਂ ਸ਼ਕਤੀਆਂ ਆ ਜਾਂਦੀਆਂ ਨੇ। ਇੱਥੇ ਪਹੁੰਚ ਕੇ ਸਿੱਖ ਦਾ ਡਾਢਾ ਇਮਤਿਹਾਨ ਹੁੰਦਾ ਹੈ। ਸ਼ਕਤੀਆਂ ਦੇ ਆਉਣ ਨਾਲ ਗੁਰਮੁਖ ਵਿੱਚ ਨਿਰਮਾਣਤਾ ਦੇ ਘਟਣ ਜਾਂ ਹੰਕਾਰ ਦੇ ਵਧਣ ਦਾ ਬਹੁਤ ਖਤਰਾ ਹੁੰਦਾ ਹੈ। ਇਸ ਅਵਸਥਾ ਵਿੱਚ ਪਹੁੰਚ ਕੇ ਉਹ ਗੁਰਸਿੱਖ ਸੱਚ ਦੀ ਖੋਜ ਨੂੰ ਕਾਇਮ ਰੱਖ ਸਕਦਾ ਹੈ ਜਿਸ ਨੂੰ ਸ਼ੁਰੂ ਤੋਂ ਹੀ ਨਿਰਮਾਣਤਾ ਦੀ ਗੁੜਤੀ ਮਿਲੀ ਹੋਵੇ ਤੇ ਜਿਸ ਨੂੰ ਸ਼ੁਰੂ ਤੋਂ ਦੱਸਿਆ ਤੇ ਦ੍ਰਿੜ ਕੀਤਾ ਗਿਆ ਹੋਵੇ ਕਿ ਆਤਮਾ ਖੋਜ ਦੇ ਹਰ ਹਿੱਸੇ ਵਿੱਚ ਨਿਰਮਾਣਤਾ ਦਾ ਪੱਲਾ ਨਹੀਂ ਛੱਡਣਾ। ਸ਼ਕਤੀਆਂ ਦੀ ਅਵਸਥਾ ਵਿੱਚੋਂ ਲੰਘਦਿਆਂ ਵੀ ਜਿਹੜਾ ਗੁਰੂ ਕਾ ਸਿੱਖ ਨਿਰਮਾਣਤਾ ਨੂੰ ਨਹੀਂ ਛੱਡਦਾ, ਉਸ ਨੂੰ ਫਿਰ ਇਹ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਹੈ ਕਿ ਗੁਰੂ ਘਰ ਵਿੱਚ ਕਿਉਂ ਬੰਦਗੀ ਜਾਂ ਸਿਮਰਨ ਵਾਸਤੇ ਨਿਰਮਾਣਤਾ ਉੱਤੇ ਇੰਨਾ ਜ਼ੋਰ ਕਿਉਂ ਦਿੱਤਾ ਗਿਆ ਹੈ। ਜਿਵੇਂ ਸਕੂਲ ਦੇ ਵਿਦਿਆਰਥੀਆਂ ਨੂੰ ਪਹਿਲਾਂ ਸਿਰਫ ਇਹ ਹੀ ਪਤਾ ਹੁੰਦਾ ਹੈ ਕਿ 2 ਦੂਣੀ 4 ਹੁੰਦੇ ਨੇ, ਇਹ ਨਹੀਂ ਪਤਾ ਹੁੰਦਾ ਕਿ 4 ਕਿਉਂ ਹੋਣੇ ਚਾਹੀਦੇ ਨੇ ਤੇ 2 ਦੂਣੀ 4 ਤੋਂ ਸਿਵਾ ਕਿਉਂ ਹੋਰ ਕੁਝ ਹੋ ਹੀ ਨਹੀਂ ਸਕਦਾ। ਇਸੇ ਤਰ੍ਹਾਂ ਬੰਦਗੀ ਅਥਵਾ ਸਿਮਰਨ ਦੀ ਸਿਖਰ ਦੀ ਅਵਸਥਾ ਤੇ ਪਹੁੰਚ ਕੇ ਗੁਰਸਿੱਖ ਨੂੰ ਪਤਾ ਲੱਗ ਜਾਂਦਾ ਹੈ ਕਿ ਆਤਮਿਕ ਖੋਜ ਵਿੱਚ ਕਿਉਂ ਨਿਰਮਾਣਤਾ ਤੇ ਇੰਨਾ ਜ਼ੋਰ ਦਿੱਤਾ ਗਿਆ ਸੀ, ਕਿਉਂ ਉਸ ਨਾਲ ਸ਼ੁਰੂ ਵਿੱਚ ਹੀ ਇਹ ਸ਼ਰਤ ਲਾਈ ਗਈ ਸੀ, ਹੋ ਸਭਨਾ ਕੀ ਰੇਣੁਕਾ ਤਉ ਆਓ ਹਮਾਰੇ ਪਾਸ। ਗੁਰੂ ਘਰ ਵਿੱਚ ਸਿੱਖ ਦਾ ਆਦਰਸ਼ ਰੂਪ ਵਾਹਿਗੁਰੂ ਰੂਪ ਹੋ ਕੇ ਜਾਂ ਵਾਹਿਗੁਰੂ ਵਰਗਾ ਬਣ ਕੇ ਵਾਹਿਗੁਰੂ ਵਿੱਚ ਸਮਾ ਜਾਣਾ। ਗੁਰੂ ਘਰ ਵਿੱਚ ਸਿੱਖ ਦਾ ਆਦਰਸ਼ ਵਾਹਿਗੁਰੂ ਦਾ ਰੂਪ ਹੋ ਕੇ ਜਾਂ ਵਾਹਿਗੁਰੂ ਵਰਗਾ ਬਣ ਕੇ ਵਾਹਿਗੁਰੂ ਵਿੱਚ ਸਮਾ ਜਾਣਾ ਹੁੰਦਾ ਹੈ। ਸਿੱਖ ਜਦੋਂ ਬੰਦਗੀ ਕਰਦਾ ਵਾਹਿਗੁਰੂ ਦੇ ਇੰਨੇ ਨੇੜੇ ਪਹੁੰਚ ਜਾਏ ਕਿ ਵਾਹਿਗੁਰੂ ਉਸ ਨੂੰ ਪ੍ਰਤੱਖ ਦਿਸੇ ਤਾਂ ਉਸ ਨੂੰ ਇਹ ਵੇਖ ਕੇ ਹੈਰਾਨੀ ਦੀ ਹੱਦ ਨਹੀਂ ਰਹਿੰਦੀ ਕਿ ਵਾਹਿਗੁਰੂ ਸਾਰੀ ਸ੍ਰਿਸ਼ਟੀ ਦਾ ਕਰਤਾ, ਸਭ ਸ਼ਕਤੀਆਂ ਦਾ ਸੋਮਾ, ਪੂਰਨ, ਸਮਰੱਥ ਅਤੇ ਸਰਬ ਸ਼ਕਤੀਮਾਨ ਹੋਣ ਦੇ ਬਾਵਜੂਦ ਵੀ ਅਤਿਅੰਤ ਨਿਰਮਾਣ ਹੈ। ਇੰਨਾ ਨਿਰਮਾਣ ਹੈ
ਕਿ ਉਸ ਵਰਗੀ ਨਿਰਮਾਣ ਹਸਤੀ ਇਸ ਜਗਤ ਵਿੱਚ ਦਿਸਦੀ ਹੀ ਨਹੀਂ। ਫਿਰ ਇਹ ਵੀ ਭੇਦ ਖੁੱਲ੍ਹ ਜਾਂਦਾ ਹੈ ਕਿ ਸਰਬ ਸ਼ਕਤੀਮਾਨਤਾ ਸਿਵਾਏ ਨਿਰਮਾਣਤਾ ਦੇ ਭਾਂਡੇ ਤੋਂ ਹੋਰ ਕਿਤੇ ਸਮਾਈ ਨਹੀਂ ਸਕਦੀ, ਤੇ ਵਾਹਿਗੁਰੂ ਵੀ ਸ਼ਕਤੀਮਾਨ ਇਸੇ ਲਈ ਹੈ ਕਿ ਉਹ ਬਿਲਕੁਲ ਪੂਰਨ ਰੂਪ ਵਿੱਚ ਨਿਰਮਾਣ ਹੈ। ਜਦੋਂ ਸਿੱਖ ਨੂੰ ਅਭਿਆਸ ਦੁਆਰਾ ਵਾਹਿਗੁਰੂ ਦੇ ਸੁਭਾਅ ਦਾ ਨਿਰਮਾਣ ਹੋਣ ਵਾਲਾ ਅੰਗ ਸਾਫ਼ ਦਿਸ ਪਵੇ ਤਾਂ ਕੁਦਰਤੀ ਤੌਰ ਤੇ ਉਹ ਵਾਹਿਗੁਰੂ ਦਾ ਰੂਪ ਹੋਣ ਲਈ ਅਤਿਅੰਤ ਨਿਰਮਾਣ ਹੋਣਾ ਸ਼ੁਰੂ ਕਰਦਾ ਹੈ। ਹੁਣ ਉਸ ਨੂੰ ਭਗਤ ਕਬੀਰ ਸਾਹਿਬ ਦੇ ਇਸ ਕਥਨ ਵਿੱਚੋਂ ਵਿਗਿਆਨਕ ਸੱਚਾਈ ਨਜ਼ਰ ਆਉਂਦੀ ਹੈ। ਹਰ ਹੈ ਖਾਂਡ ਰੇਤ ਮੈਂ ਬਿਖਰੀ, ਹਸਤੀ ਚੁਣਿਓ ਨਾ ਜਾਏ, ਕਹਿ ਕਬੀਰ ਕੁੱਲ ਜ਼ਾਤ ਪਾਤ ਤਜ, ਚੀਟੀ ਹੋਏ ਚੁਣ ਖਾਏ। ਇਹ ਖਿਆਲ ਗਲਤ ਹੈ ਕਿ ਨਿਰਮਾਣਤਾ ਬੰਦੇ ਨੂੰ ਕਮਜ਼ੋਰ ਜਾਂ ਬੁਜ਼ਦਿਲ ਬਣਾ ਦਿੰਦੀ ਹੈ। ਕਮਜ਼ੋਰ ਇਨਸਾਨ ਅਸਲ ਅਰਥਾਂ ਵਿੱਚ ਨਿਰਮਾਣ ਹੋ ਹੀ ਨਹੀਂ ਸਕਦਾ। ਚੇਤੇ ਰਵੇ ਕਿ ਨਿਰਮਾਣਤਾ ਅਤੇ ਕਮਜ਼ੋਰੀ ਵਿੱਚ ਬਹੁਤ ਫਰਕ ਹੁੰਦਾ ਹੈ। ਜਿੱਥੇ ਕਮਜ਼ੋਰੀ ਹੋਵੇ, ਨਿਰਬਲਤਾ ਹੋਵੇ, ਉੱਥੇ ਨਿਰਮਾਣ ਹੋਣ ਦਾ ਸਵਾਲ ਹੀ ਨਹੀਂ ਹੋ ਸਕਦਾ। ਮਾਣ ਕਰਨ ਦੇ ਸਭ ਸਮਾਨ ਮੌਜੂਦ ਹੁੰਦਿਆਂ ਮਾਣ ਨਾ ਕਰਨਾ, ਇਹ ਨਿਰਮਾਣਤਾ ਹੁੰਦੀ ਹੈ। ਤੇ ਗੁਰੂ ਘਰ ਵਿੱਚ ਇਸੇ ਨਿਰਮਾਣਤਾ ਤੇ ਹੀ ਜ਼ੋਰ ਦਿੱਤਾ ਗਿਆ। ਜਿਵੇਂ ਭਾਈ ਗੁਰਦਾਸ ਜੀ ਆਖਦੇ ਨੇ, ਹਉ ਤਿਸ ਵਿਟੋਂ ਵਾਰਿਆ, ਹੁੰਦਾ ਤਾਣ ਜੋ ਹੋਏ ਨਿਤਾਣਾ। ਹਉ ਤਿਸ ਵਿਟੋਂ ਵਾਰਿਆ, ਹੁੰਦਾ ਮਾਣ ਜੋ ਹੋਏ ਨਿਮਾਣਾ। ਹਉ ਤਿਸ ਵਿਟੋਂ ਵਾਰਿਆ, ਛੱਡ ਸਿਆਣਪ ਹੋਏ ਇਆਣਾ। ਫਿਰ ਐਸਾ ਵਿਅਕਤੀ ਹੀ ਦੀਨ ਦੁਨੀ ਦਰਗਾਹ ਪ੍ਰਵਾਣਾ। ਤਾਂ ਇਸ ਤਰ੍ਹਾਂ ਕਹਿ ਲਈਏ ਕਿ ਨਿਰਮਾਣਤਾ ਸਗੋਂ ਕਮਜ਼ੋਰੀ ਦੇ ਉਲਟ ਇੱਕ ਬੜੀ ਵੱਡੀ ਸ਼ਕਤੀ ਹੈ, ਜਿਸ ਸ਼ਕਤੀ ਅੱਗੇ ਦੁਨੀਆ ਦੀਆਂ ਵੱਡੀਆਂ ਵੱਡੀਆਂ ਤਾਕਤਾਂ ਨੂੰ ਝੁਕਣਾ ਪੈਂਦਾ ਹੈ। ਜਿਹੜਾ ਬੰਦਾ ਤਾਕਤ ਨਾਲ ਦੁਨੀਆ ਨੂੰ ਜਿੱਤਦਾ ਹੈ, ਉਹ ਤਾਕਤਵਰ ਅਖਵਾਉਂਦਾ ਹੈ, ਪਰ ਜਿਹੜਾ ਨਿਰਮਾਣਤਾ ਨਾਲ ਆਪਣਾ ਆਪਾ ਜਿੱਤਦਾ ਹੈ, ਉਹ ਮਹਾਪੁਰਸ਼ ਅਖਵਾਉਂਦਾ ਹੈ। ਤਾਕਤਵਰ ਪੁਰਸ਼ ਵਡੇਰੀ ਤਾਕਤ ਤੋਂ ਹਾਰ ਸਕਦਾ ਹੈ, ਪਰ ਨਿਰਮਾਣ ਬੰਦੇ ਨੂੰ ਦੁਨੀਆ ਦੀ ਕੋਈ ਸ਼ਕਤੀ ਨਹੀਂ ਹਰਾ ਸਕਦੀ। ਹਾਂ, ਨਿਰਮਾਣ ਬੰਦੇ ਦੀ ਜ਼ਾਹਿਰਾ ਹਾਰ ਹੀ ਸਗੋਂ ਉਸ ਦੀ ਜਿੱਤ ਬਣ ਜਾਂਦੀ। ਜਿਵੇਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਚੰਦੂ ਵਰਗੇ ਬੇਸਮਝ ਲੋਕ ਹਾਰ ਗਿਆ ਸਮਝਦੇ ਸਨ, ਪਰ ਗੁਰੂ ਅਰਜਨ ਦੇਵ ਦੀ ਉਹ ਵਾਲੀ ਹਾਰ ਸਗੋਂ ਸਦੀਵੀ ਜਿੱਤ ਹੋ ਗਈ। ਗੁਰੂ ਜੀ ਦੀ ਸ਼ਹੀਦੀ ਸਿਰਫ ਗੁਰੂ ਜੀ ਨੂੰ ਅਮਰ ਹੀ ਨਹੀਂ ਕਰ ਗਈ, ਸਗੋਂ ਗੁਰੂ ਘਰ ਵਿੱਚ ਬੇਅੰਤ ਸ਼ਹੀਦੀਆਂ ਦਾ ਬੀਜ ਬੀਜ ਗਈ। ਚੰਦੂ ਦਾ ਮਨੋਰਥ ਗੁਰੂ ਅਰਜਨ ਦੇਵ ਦੇ ਹਿਰਦੇ ਵਿੱਚੋਂ ਨਿਰਬਲਤਾ ਜਾਂ ਕਮਜ਼ੋਰੀ ਲੱਭ ਕੇ ਉਸ ਦੇ ਸਹਾਰੇ ਆਪਣਾ ਸਵਾਰਥ ਪੂਰਾ ਕਰਨਾ ਸੀ। ਪਰ ਜਿਵੇਂ ਆਪਾਂ ਵਿਚਾਰ ਚੁੱਕੇ ਹਾਂ, ਨਿਰਮਾਣਤਾ ਵਾਲੀ ਥਾਂ ਤੇ ਨਿਰਬਲਤਾ ਤੇ ਸਗੋਂ ਟਿਕ ਹੀ ਨਹੀਂ ਨਾ ਸਕਦੀ। ਚੰਦੂ ਨੂੰ ਆਪਣੇ ਮਨੋਰਥ ਵਿੱਚ ਨਾਕਾਮਯਾਬੀ ਹੋਈ ਤੇ ਗੁਰੂ ਅਰਜਨ ਦੇਵ ਦੇ ਜੀਵਨ ਵਿੱਚੋਂ ਤੇ ਗੁਰੂ ਅਰਜਨ ਦੇਵ ਜੀ ਦੇ ਜੀਵਨ ਵਿੱਚੋਂ ਕੋਈ ਕਮਜ਼ੋਰੀ ਦੀ ਬਜਾਏ ਉਸ ਨੂੰ ਸਤਿਗੁਰੂ ਦੇ ਹਿਰਦੇ ਵਿੱਚੋਂ ਨਿਰਮਾਣਤਾ ਤੇ ਇਸ ਨਿਰਮਾਣਤਾ ਦੇ ਨਾਲ ਇਸ ਦੇ ਪਿੱਛੇ ਲੁਕੀ ਹੋਈ ਵਾਹਿਗੁਰੂ ਦੀ ਸਰਬ ਸ਼ਕਤੀਮਾਨਤਾ ਦਾ ਸਾਹਮਣਾ ਕਰਨਾ ਪਿਆ, ਜਿਸ ਦੇ ਸਾਹਮਣੇ ਉਬਲਦਾ ਹੋਇਆ ਪਾਣੀ, ਸੜਦੀ ਹੋਈ ਰੇਤ ਤੇ ਭਖ ਰਹੇ ਲੋਹੇ ਦੇ ਤਵੇ ਵੀ ਨਿਰਬਲ ਸਨ। ਇਸੇ ਲਈ ਗੁਰੂ ਜੀ ਆਖਦੇ ਨੇ, ਗਰੀਬੀ ਗਦਾ ਹਮਾਰੀ, ਖੰਨਾ ਸਗਲ ਰੇਨ ਛਾਰੀ, ਇਸ ਆਗੇ ਕੋ ਨਾ ਟਿਕੈ ਵਿਕਾਰੀ। ਤਿਆਗ ਦਾ ਸੰਬੰਧ ਦਿਲ ਨਾਲ ਹੈ, ਸ਼ਕਲ ਭੇਖ ਜਾਂ ਪਹਿਰਾਵੇ ਨਾਲ ਨਹੀਂ। ਇੱਕ ਨੰਗਾ ਜਾਂ ਪਿੰਡੇ ਤੇ ਸੁਆਹ ਮਲ ਕੇ ਜੰਗਲ ਵਿੱਚ ਬੈਠਾ ਸਾਧੂ ਵੀ ਅੰਦਰੋਂ ਦੁਨੀਆਦਾਰ ਤੇ ਮਾਇਆਧਾਰੀ ਹੋ ਸਕਦਾ ਹੈ, ਤੇ ਇੱਕ ਰਾਜਾ ਦਿਨ ਰਾਤ ਮਾਇਆ ਨਾਲ ਖੇਡਦਾ ਹੋਇਆ ਵੀ ਅੰਦਰੋਂ ਸੱਚਾ ਤਿਆਗੀ ਹੋ ਸਕਦਾ ਹੈ।
ਇਸ ਦਾ ਭਾਵ ਇਹ ਹਰਗਿਜ਼ ਨਹੀਂ ਕਿ ਸਾਰੇ ਫਕੀਰ, ਸੰਤ ਜਾਂ ਮਹਾਤਮਾ ਝੂਠੇ, ਪਖੰਡੀ ਤੇ ਮਾਇਆਪ੍ਰਸਤ ਹੁੰਦੇ ਨੇ, ਜਾਂ ਸਾਰੇ ਦੁਨੀਆਦਾਰ ਹੀ ਤਿਆਗੀ ਹੁੰਦੇ ਨੇ। ਅਸਲੀ ਤਿਆਗ ਨਸੀਬਾਂ ਵਾਲਿਆਂ ਦੇ ਹਿੱਸੇ ਆਉਂਦਾ ਹੈ, ਭਾਵੇਂ ਉਹ ਗ੍ਰਸਤੀ ਹੋਣ ਜਾਂ ਸਾਧੂ। ਜੇ ਥੋੜਾ ਜਿਹਾ ਸੋਚੀਏ ਤਾਂ ਪਤਾ ਲੱਗੇਗਾ ਕਿ ਤਿਆਗ ਸਹੀ ਅਰਥਾਂ ਵਿੱਚ ਕਿਸੇ ਰੱਜੇ ਹੋਏ ਬੰਦੇ ਨੂੰ ਹੀ ਹਾਸਲ ਹੋ ਸਕਦਾ ਹੈ। ਦੁਨੀਆ ਵਿੱਚ ਕੰਗਾਲ ਤੋਂ ਲੈ ਕੇ ਪਾਤਸ਼ਾਹ ਤੱਕ ਭੁੱਖੇ ਹੀ ਨਜ਼ਰ ਆਉਣਗੇ, ਭਾਵੇਂ ਭੁੱਖ ਦੀਆਂ ਅਣਗਿਣਤ ਕਿਸਮਾਂ ਹੋਣ, ਪਰ ਸਾਰੀ ਦੁਨੀਆ ਭੁੱਖੀ ਹੀ ਦਿਸੇਗੀ। ਕੋਈ ਰੋਟੀ ਮੰਗਦਾ ਹੈ, ਕੋਈ ਪੈਸਾ, ਕੋਈ ਔਲਾਦ, ਕੋਈ ਇੱਜ਼ਤ, ਕੋਈ ਤਾਕਤ ਮੰਗਦਾ ਹੈ, ਸਿਹਤ ਜਾਂ ਸ਼ੋਹਰਤ ਮੰਗਦਾ ਹੈ, ਸੁੱਖ ਜਾਂ ਆਰਾਮ। ਇਹ ਸਭ ਵੱਖ-ਵੱਖ ਭੁੱਖਾਂ ਦੇ ਨਾਮ ਨੇ, ਜਿਸ ਨੇ ਸਾਰੀ ਦੁਨੀਆ ਨੂੰ ਹੀ ਭੁੱਖਿਆਂ ਬਣਾ ਰੱਖਿਆ। ਰੱਜੀ ਹੋਈ ਨਿਗਾਹ ਵਾਲੇ ਸੰਤੋਖੀ ਬੰਦੇ ਕਿਤੇ-ਕਿਤੇ ਟਾਵੇਂ-ਟਾਵੇਂ ਹੀ ਮਿਲਣਗੇ, ਕਿਉਂਕਿ ਪ੍ਰਤੱਖ ਸ਼ਕਲ ਤੋਂ ਦਿਲ ਦਾ ਅੰਦਾਜ਼ਾ ਠੀਕ ਨਹੀਂ ਲੱਗ ਸਕਦਾ। ਇਸ ਵਾਸਤੇ ਸੱਚੇ ਤਿਆਗੀ ਦੀਆਂ ਨਿਸ਼ਾਨੀਆਂ ਦਸੀਆਂ ਮੁਸ਼ਕਲ ਨੇ। ਮੈਂ ਕਈ ਵੱਖ-ਵੱਖ ਹਾਲਤਾਂ ਵਿੱਚ ਰਹਿੰਦੇ ਤਿਆਗੀ ਵੀ ਵੇਖੇ ਨੇ, ਅਮੀਰ ਤਿਆਗੀ ਵੀ ਵੇਖੇ ਨੇ, ਪਰ ਬਹੁਤ ਥੋੜੇ ਫਕੀਰ ਤਿਆਗੀ ਵੀ ਵੇਖੇ ਨੇ, ਜਿਨ੍ਹਾਂ ਦੇ ਦਰਸ਼ਨ ਕਰਨ ਨਾਲ ਹੀ ਮਨ ਸ਼ਾਂਤ ਹੋ ਜਾਂਦਾ ਸੀ। ਕਲਕੱਤੇ ਵਿੱਚ ਇੱਕ ਫਕੀਰ ਸਨ। ਉਹਨਾਂ ਨੇ ਬਾਜ਼ਾਰ ਵਿੱਚ ਬੈਠੇ ਰਹਿਣਾ। ਮੈਂ ਸਹਿਜ ਸੁਭਾਅ ਉਹਨਾਂ ਨੂੰ ਇੱਕ ਦਿਨ 4 ਪੈਸੇ ਦਿੱਤੇ, ਤੇ ਉਹਨਾਂ ਨੇ 4 ਪੈਸੇ ਲੈ ਕੇ 2 ਪੈਸੇ ਮੇਰੇ ਸਾਹਮਣੇ ਹੀ ਬਾਜ਼ਾਰ ਵਿੱਚ ਸੁੱਟ ਦਿੱਤੇ, ਤੇ 2 ਪੈਸਿਆਂ ਦੀ ਸਾਹਮਣੇ ਤੰਦੂਰ ਤੋਂ ਲੈ ਕੇ ਰੋਟੀ ਖਾ ਲਈ। ਮੈਂ ਆਜ਼ਮਾਉਣ ਦੇ ਵਾਸਤੇ ਫਿਰ ਕੁਝ ਦਿਨਾਂ ਮਗਰੋਂ 8 ਪੈਸੇ ਇਸੇ ਫਕੀਰ ਨੂੰ ਦਿੱਤੇ, ਤੇ ਉਸਨੇ ਬਿਨਾਂ ਮੇਰੇ ਵੱਲ ਵੇਖਣ ਦੇ 2 ਪੈਸੇ ਰੱਖ ਕੇ ਬਾਕੀ ਦੇ ਪੈਸੇ ਦੂਰ ਵਗਾ ਕੇ ਮਾਰੇ। ਇਸ ਵਾਰ ਉਹ ਆਪ ਇੱਕ ਮੈਦਾਨ ਵਿੱਚ ਬੈਠੇ ਹੋਏ ਸਨ, ਤੇ ਫਿਰ ਇੱਕ ਪਾਸੇ ਤੁਰ ਪਏ। ਦੁਕਾਨ ਤੋਂ ਰੋਟੀ ਲੈ ਕੇ ਉੱਥੇ ਹੀ ਬਹਿ ਕੇ ਰੋਟੀ ਖਾ ਲਈ ਉਹਨੇ, ਤੇ ਫਿਰ ਇੱਕ ਪਾਸੇ ਮੁੜ ਤੁਰੇ। ਥੋੜੀ ਦੂਰ ਜਾ ਕੇ ਮੈਂ ਉਹਨਾਂ ਨੂੰ ਪੁੱਛਿਆ, ਤੁਸੀਂ ਬਾਕੀ ਦੇ ਪੈਸੇ ਕਿਉਂ ਸੁੱਟ ਦਿੱਤੇ? ਰਾਤ ਦੀ ਰੋਟੀ ਵਾਸਤੇ ਰੱਖ ਲੈਂਦੇ। ਤੁਸੀਂ ਅਖੀਰ ਰਾਤ ਨੂੰ ਜਾਂ ਕੱਲ ਨੂੰ ਰੋਟੀ ਤੇ ਖਾਣੀ ਹੈ ਨਾ। ਉਸ ਵੇਲੇ ਉਸ ਫਕੀਰ ਨੇ ਮੇਰੇ ਵੱਲ ਪਹਿਲੀ ਵਾਰ ਤੱਕਿਆ ਤੇ ਆਖਣ ਲੱਗਾ, ਬੇਵਕੂਫਾ, ਕੀ ਰਾਤ ਨੂੰ ਜਾਂ ਕੱਲ ਨੂੰ ਰੱਬ ਮਰ ਜਾਏਗਾ? ਜਿਸ ਨਿਰਭੈ ਅਤੇ ਬੇਪਰਵਾਹ ਅੰਦਾਜ਼ ਵਿੱਚ ਉਸ ਮਹਾਤਮਾ ਨੇ ਮੈਨੂੰ ਇਹ ਗੱਲ ਗੁੱਸੇ ਨਾਲ ਕਹੀ, ਮੈਂ ਕਦੇ ਭੁੱਲ ਨਹੀਂ ਸਕਦਾ। ਉਹਨਾਂ ਦੇ ਇਸ ਬਚਨ ਵਿੱਚ ਇੱਕ ਬੜੀ ਡੂੰਘੀ ਗੱਲ ਸੀ, ਇੱਕ ਆਤਮਿਕ ਰਾਜ਼ ਜਿਹੜਾ ਉਸੇ ਵੇਲੇ ਮੇਰੀ ਸਮਝ ਵਿੱਚ ਆ ਗਿਆ। ਭਾਵੇਂ ਮੈਂ ਬੜਾ ਸੋਹਣਾ ਕੀਮਤੀ ਸੂਟ ਬੂਟ ਪਾ ਕੇ ਉਹਨਾਂ ਦੇ ਸਾਹਮਣੇ ਖੜਾ ਸਾਂ, ਪਰ ਉਹਨਾਂ ਦੀਆਂ ਅੱਖਾਂ ਵਿੱਚੋਂ ਉਹਨਾਂ ਦੀ ਨਿਰਲੇਪ ਆਤਮਾ ਮੇਰੀ ਕੀਮਤੀ ਪੁਸ਼ਾਕ ਦੇ ਥੱਲੇ ਮੇਰੀ ਘਟੀਆ ਤੇ ਦੁਨੀਆਦਾਰੀ ਵਾਲੀ ਆਤਮਾ ਨੂੰ ਵੇਖ ਰਹੀ ਸੀ, ਤੇ ਕਿਸੇ ਬੇਮੁਥਾਜ ਪਾਤਸ਼ਾਹੀ ਵੱਲ ਖਿੱਚ ਰਹੀ ਸੀ। ਮੇਰੀ ਹਾਲਤ ਇੱਕ ਛਿਨ ਵਿੱਚ ਹੀ ਬਦਲ ਗਈ। ਮੈਂ ਆਪਣੇ ਆਪ ਨੂੰ ਫਕੀਰ ਤੇ ਕੰਗਾਲ ਸਮਝ ਰਿਹਾ ਸਾਂ, ਤੇ ਉਸ ਫਕੀਰ ਨੂੰ ਪਾਤਸ਼ਾਹ ਮਹਿਸੂਸ ਕਰ ਰਿਹਾ ਸਾਂ। ਮੈਂ ਮੁਆਫੀ ਮੰਗ ਕੇ ਆਪਣੀ ਪੈਂਟ ਦੇ ਬੋਝਿਆਂ ਵਿੱਚ ਹੱਥ ਪਾ ਕੇ ਆਪਣੀ ਕਾਰ ਵਿੱਚ ਆ ਬੈਠਾ, ਪਰ ਮੈਂ ਹੀ ਜਾਣਦਾ ਕਿ ਉਸ ਫਕੀਰ ਦੇ ਉਹਨਾਂ ਗੁੱਸੇ ਭਰੇ ਲਫ਼ਜ਼ਾਂ ਵਿੱਚ ਕੀ ਜਾਦੂ ਸੀ। ਹਾਂ, ਫਿਰ ਉਸ ਫਕੀਰ ਦੇ ਕਦੇ ਦਰਸ਼ਨ ਨਹੀਂ ਹੋਏ। ਤਿਆਗ ਦੀਆਂ ਵੀ 3 ਹਾਲਤਾਂ ਨੇ। ਪਹਿਲੀ ਹਾਲਤ, ਦੁਨੀਆ ਨੂੰ ਇੱਕ ਸੈਰਗਾਹ ਸਮਝਣਾ ਤੇ ਆਪਣੇ ਆਪ ਨੂੰ ਇਸ ਵਿੱਚ ਸੈਰ ਕਰਨ ਵਾਲਾ ਮੁਸਾਫਰ ਸਮਝਣਾ ਚਾਹੀਦਾ ਹੈ, ਜਿਸ ਵਿੱਚ ਸੈਰ ਕਰਨ ਦਾ ਮੌਕਾ ਵੀ ਵਾਹਿਗੁਰੂ ਵੱਲੋਂ ਮਿਲਿਆ ਤੇ ਉਸ ਦਾ ਸਦਾ ਧੰਨਵਾਦੀ ਰਹਿਣਾ ਚਾਹੀਦਾ ਹੈ।
ਇਸ ਸੈਰ ਗਾਹ ਵਿੱਚ ਚੰਗੀਆਂ ਤੇ ਮਾੜੀਆਂ ਸਭ ਝਾਕੀਆਂ ਦੇ ਵਿੱਚੋਂ ਦੀ ਲੰਘ ਜਾਣਾ, ਪਰ ਦਿਲ ਕਿਤੇ ਨਾ ਲਾਉਣਾ, ਇਹ ਗੱਲ ਹੀ ਠੀਕ ਹੈ। ਜਿਸ ਤਰ੍ਹਾਂ ਮੁਸਾਫਰ ਸਫ਼ਰ ਦੇ ਸਮੇਂ ਕਈ ਦਰਿਆਵਾਂ, ਪਹਾੜਾਂ, ਰੇਗਿਸਤਾਨਾਂ, ਮੈਦਾਨਾਂ ਜਾਂ ਸ਼ਹਿਰਾਂ ਵਿੱਚੋਂ ਲੰਘਦਾ ਹੈ, ਅਨੇਕਾਂ ਕਿਸਮਾਂ ਦੇ ਆਦਮੀਆਂ ਨਾਲ ਮਿਲਦਾ ਹੈ, ਉਹਨਾਂ ਵਿੱਚ ਰਹਿੰਦਾ ਹੈ, ਦੋਸਤੀਆਂ ਪਾਉਂਦਾ ਹੈ, ਦਿਲ ਵਿੱਚ ਹਮੇਸ਼ਾ ਸਮਝਦਾ ਹੈ ਕਿ ਉਹ ਮੁਸਾਫਰ ਹੈ, ਤੇ ਸਫ਼ਰ ਖਤਮ ਕਰਨ ਮਗਰੋਂ ਆਪਣੇ ਘਰ ਜਾਂ ਆਪਣੇ ਟਿਕਾਣੇ ਪਹੁੰਚੇਗਾ। ਉਸੇ ਤਰ੍ਹਾਂ ਇਨਸਾਨ ਨੂੰ ਸੰਸਾਰ ਦੀ ਯਾਤਰਾ ਹਮੇਸ਼ਾ ਇੱਕ ਸਫ਼ਰ ਹੀ ਸਮਝਣਾ ਚਾਹੀਦਾ ਹੈ। ਕਈ ਸਮਝਣਗੇ ਕਿ ਇਹ ਖਿਆਲ ਤੇ ਬੜਾ ਨਿਰਾਸ਼ ਕਰ ਦੇਣ ਵਾਲਾ ਹੈ। ਨਹੀਂ, ਇਹ ਖਿਆਲ ਨਿਰਾਸ਼ ਕਰਨ ਵਾਲਾ ਨਹੀਂ, ਸਗੋਂ ਦੁਨੀਆ ਦੀ ਖੁਸ਼ੀ ਤੇ ਤਜਰਬੇ ਨੂੰ ਹਾਸਲ ਕਰਨ ਦੇ ਯੋਗ ਬਣਾ ਦਿੰਦਾ ਹੈ। ਜਿਵੇਂ ਕਿਸੇ ਜਵਾਨ ਲੜਕੀ ਨੂੰ ਮਾਂ ਪਿਤਾ ਦੇ ਘਰ ਵਿੱਚ ਹੀ ਇਹ ਪਤਾ ਲੱਗ ਜਾਣ ਤੇ ਕਿ ਉਸਨੇ ਇੱਕ ਦਿਨ ਸਹੁਰੇ ਜਾਣਾ ਹੈ, ਫਿਰ ਵੀ ਮਾਂ ਪਿਤਾ ਦਾ ਘਰ, ਪੇਕਿਆਂ ਦੀਆਂ ਖੁਸ਼ੀਆਂ ਕਿਤੇ ਘੱਟ ਚੰਗੀਆਂ ਨਹੀਂ ਲੱਗਦੀਆਂ। ਸਗੋਂ ਮਾਪਿਆਂ ਨਾਲ ਪਿਆਰ ਕਰਦੀ, ਸਹੇਲੀਆਂ ਨਾਲ ਪਿਆਰ ਨਾਲ ਖੇਡਦੀ ਇੱਕ ਤਕੜੀ ਮੁਟਿਆਰ ਹੋ ਜਾਂਦੀ ਹੈ ਤੇ ਆਉਣ ਵਾਲੀ ਤਬਦੀਲੀ ਦੀ ਤਿਆਰੀ ਕਰਦੀ। ਜਿਵੇਂ ਜਹਾਜ਼ ਵਿੱਚ ਬੈਠਣ ਵਾਲੇ ਵੱਖ-ਵੱਖ ਮੁਲਕਾਂ ਦੇ ਮੁਸਾਫਰ ਇਕੱਠੇ ਸਵਾਰ ਹੁੰਦੇ ਨੇ, ਪਰ ਉਹਨਾਂ ਨੂੰ ਸ਼ੁਰੂ ਤੋਂ ਹੀ ਪਤਾ ਹੁੰਦਾ ਕਿ ਉਹਨਾਂ ਨੇ ਥੋੜਾ ਸਮਾਂ ਇਕੱਠਿਆਂ ਲੰਘਾਉਣਾ ਹੈ। ਕਿਉਂ ਨਾ ਉਸ ਸਮੇਂ ਨੂੰ ਖੁਸ਼ੀ ਨਾਲ ਹੱਸ ਖੇਡ ਕੇ ਗੁਜ਼ਾਰਨ ਦਾ ਪੂਰਾ ਯਤਨ ਕੀਤਾ ਜਾਵੇ। ਇਸ ਲਈ ਉਹਨਾਂ ਦੇ ਦਿਲ ਪਰਚਾਵੇ ਦੇ ਸਾਮਾਨ ਖਾਸ ਕਰਕੇ ਪੈਦਾ ਕੀਤੇ ਜਾਂਦੇ ਨੇ। ਜੇ ਉਹਨਾਂ ਮੁਸਾਫਰਾਂ ਨੂੰ ਇਕੱਠੇ ਖਾਂਦਿਆਂ, ਪੀਂਦਿਆਂ, ਹੱਸਦਿਆਂ, ਖੇਡਦਿਆਂ, ਗਾਉਂਦਿਆਂ, ਨੱਚਦਿਆਂ ਵੇਖੋ ਤਾਂ ਇਹ ਸ਼ੱਕ ਪਵੇਗਾ ਕਿ ਸ਼ਾਇਦ ਇਹਨਾਂ ਨੂੰ ਭੁੱਲ ਹੀ ਗਿਆ ਕਿ ਇਹ ਮੁਸਾਫਰ ਨੇ ਤੇ ਥੋੜੇ ਸਮੇਂ ਮਗਰੋਂ ਇਹਨਾਂ ਨੇ ਵਿਛੜ ਜਾਣਾ। ਪਰ ਜਦੋਂ ਜਹਾਜ਼ ਵੱਖ-ਵੱਖ ਦੇਸ਼ਾਂ ਤੋਂ ਲੰਘਦਾ ਅਗਾਂਹ ਤੁਰਿਆ ਜਾਂਦਾ ਹੈ, ਮੁਸਾਫਰ ਆਪੋ ਆਪਣੇ ਟਿਕਾਣਿਆਂ ਤੇ ਖੁਸ਼ੀ-ਖੁਸ਼ੀ ਉਤਰਦੇ ਜਾਂਦੇ ਨੇ। ਹਾਂ, ਉਹਨਾਂ ਨੂੰ ਜਹਾਜ਼ ਤੇ ਜਹਾਜ਼ ਦੇ ਸਾਥੀ ਛੱਡਣ ਵੇਲੇ ਕੋਈ ਖਾਸ ਸਦਮਾ ਵੀ ਨਹੀਂ ਪਹੁੰਚਦਾ। ਇਸ ਦਾ ਕਾਰਨ ਇਹ ਹੈ ਕਿ ਸਭ ਮੁਸਾਫਰਾਂ ਨੂੰ ਸ਼ੁਰੂ ਤੋਂ ਹੀ ਪਤਾ ਹੁੰਦਾ ਹੈ ਤੇ ਉਹ ਇਸੇ ਵਿੱਚ ਹੀ ਯਕੀਨ ਕਰਦੇ ਨੇ ਕਿ ਆਪੋ ਆਪਣਾ ਸ਼ਹਿਰ ਆਉਣ ਤੇ ਉਹਨਾਂ ਨੇ ਦੂਜੇ ਮੁਸਾਫਰਾਂ ਤੋਂ ਵੱਖ ਹੋ ਜਾਣਾ ਹੈ। ਜੇ ਕਿਤੇ ਬੰਦਾ ਵੀ ਜ਼ਿੰਦਗੀ ਨੂੰ ਇੱਕ ਸਫ਼ਰ ਹੀ ਸਮਝੇ ਤੇ ਇਸੇ ਯਕੀਨ ਵਿੱਚ ਹੀ ਜ਼ਿੰਦਗੀ ਗੁਜ਼ਾਰੇ, ਤਾਂ ਉਸ ਨੂੰ ਨਾ ਤਾਂ ਕਿਸੇ ਰਿਸ਼ਤੇਦਾਰ ਜਾਂ ਕਿਸੇ ਮਿੱਤਰ ਦੇ ਵਿਛੋੜੇ ਤੋਂ ਸਦਮਾ ਹੋ ਸਕਦਾ ਹੈ ਤੇ ਨਾ ਹੀ ਆਪਣਾ ਵਕਤ ਆਉਣ ਤੇ ਰਿਸ਼ਤੇਦਾਰਾਂ, ਸੱਜਣਾ ਜਾਂ ਮਿੱਤਰਾਂ ਤੋਂ ਵੱਖ ਹੋਣ ਲੱਗਿਆਂ ਕੋਈ ਗਮ ਹੋ ਸਕਦਾ ਹੈ। ਅਸੀਂ ਜ਼ਿੰਦਗੀ ਦੇ ਸਫ਼ਰ ਨੂੰ ਕਿਉਂਕਿ ਸ਼ੁਰੂ ਤੋਂ ਹੀ ਹਮੇਸ਼ਾ ਇਕੱਠਾ ਰਹਿਣ ਦੀ ਥਾਂ ਸਮਝਦੇ ਹਾਂ ਤੇ ਲੋਕਾਂ ਨੂੰ ਰੋਜ਼ ਇੱਥੋਂ ਤੁਰਦਿਆਂ ਵੇਖਣ ਦੇ ਬਾਵਜੂਦ ਇਹ ਯਕੀਨ ਕਰਦੇ ਹਾਂ ਕਿ ਅਸੀਂ ਜਾਂ ਸਾਡੇ ਰਿਸ਼ਤੇਦਾਰਾਂ ਨੇ ਸਦਾ ਇੱਥੇ ਰਹਿਣਾ ਹੈ। ਇਸੇ ਵਾਸਤੇ ਵੱਖਰੇ ਹੋਣ ਦੇ ਸਮੇਂ ਵਿਰਲਾਪ ਕਰਦੇ ਹਾਂ, ਰੋਂਦੇ ਹਾਂ, ਦੁਖੀ ਹੁੰਦੇ ਹਾਂ ਤੇ ਆਪਣੀ ਬੇਵਕੂਫੀ ਦੀ ਸਜ਼ਾ ਆਪੇ ਭੁਗਤਦੇ। ਵੇਖੋ, ਗੁਰੂ ਜੀ ਨੇ ਬਾਣੀ ਵਿੱਚ ਸਮਝਾਇਆ ਸੀ, ਬਿਰਖੈ ਹੇਠ ਸਭ ਜੰਤ ਇਕੱਠੇ, ਇੱਕ ਤੱਤੇ ਇੱਕ ਬੋਲਣ ਮਿੱਠੇ, ਅਸਤ ਉਦੋਤ ਭਇਆ ਉੱਠ ਚੱਲੇ, ਜਿਉਂ-ਜਿਉਂ ਔਦ ਵਿਹਾਣੀਆਂ। ਤਿਆਗ ਦੀ ਦੂਸਰੀ ਹਾਲਤ। ਤਿਆਗ ਦੀ ਦੂਸਰੀ ਹਾਲਤ ਵਿੱਚ ਆਪਣੀਆਂ ਲੋੜਾਂ ਨੂੰ ਦਿਨ-ਬ-ਦਿਨ ਘਟਾਉਣਾ, ਆਪਣੀਆਂ ਆਦਤਾਂ ਤੇ ਕਾਬੂ ਪਾਉਣਾ, ਇੱਥੋਂ ਤੱਕ ਕਿ ਜ਼ਿੰਦਗੀ ਕਾਇਮ ਰੱਖਣ ਵਾਸਤੇ ਜ਼ਰੂਰੀ ਲੋੜਾਂ ਨੂੰ ਹੀ ਸਿਰਫ ਪੂਰੀਆਂ ਕਰਨਾ ਚਾਹੀਦਾ ਹੈ। ਜੇ ਅਸੀਂ ਇਸ ਤਰ੍ਹਾਂ ਕਰਨ ਦਾ ਯਤਨ ਕਰੀਏ ਤਾਂ ਸਾਡੀਆਂ ਬਹੁਤ ਸਾਰੀਆਂ ਵਾਧੂ ਬਨਾਵਟੀ ਲੋੜਾਂ ਤੇ ਆਦਤਾਂ ਘਟ ਜਾਂਦੀਆਂ ਨੇ। ਮਨ ਦੀਆਂ ਸਭ ਇੱਛਾਵਾਂ ਲਗਭਗ ਬੰਦ ਹੋ ਸਕਦੀਆਂ ਨੇ। ਨਾਮ ਜਪਣ ਦਾ ਚਾਅ ਜ਼ਿੰਦਗੀ ਦਾ ਸ਼ੁਗਲ ਤੇ ਆਸਰਾ ਬਣ ਜਾਂਦਾ ਹੈ। ਇਸ ਅਵਸਥਾ ਵਿੱਚ ਓਨੀ ਖੁਰਾਕ ਜਾਂ ਬਸਤਰ ਹੀ ਪਾਉਣੇ ਚਾਹੀਦੇ ਨੇ ਜਿਹੜੇ ਜ਼ਿੰਦਗੀ ਨੂੰ ਕਾਇਮ ਰੱਖਣ ਵਾਸਤੇ ਜ਼ਰੂਰੀ ਹੋਣ, ਪਰ ਮਨ ਨੂੰ ਖਿੰਡਾਉਣ ਵਾਲੇ ਨਾ ਹੋਣ। ਖਾਣ ਪੀਣ ਸੰਬੰਧੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦੱਸਿਆ ਹੋਇਆ ਸੁਨਹਿਰੀ ਅਸੂਲ ਅਭਿਆਸੀ ਗੁਰਮੁਖਾਂ ਨੂੰ ਸਦਾ ਯਾਦ ਰੱਖਣਾ ਚਾਹੀਦਾ ਹੈ। ਬਾਬਾ
होर खाना खुशी ख्वार, जित खाधै तन पीड़िए, मन मह चलह विकार। ਜਾਂ ਗੁਰੂ ਜੀ ਆਖਦੇ ਨੇ, ਬਾਬਾ ਹੋਰ ਪਹਿਨਣ ਖੁਸ਼ੀ ਖੁਆਰ, ਜਿਤ ਪੈਦ ਹੈ ਤਨ ਪੀੜੀਐ, ਮਨ ਮਹਿ ਚੱਲੈ ਵਿਕਾਰ। ਇਸ ਦਰਜੇ ਵਿੱਚ ਐਸਾ ਵਿਅਕਤੀ ਹੌਲੀ ਹੌਲੀ ਸਭ ਸਰੀਰਕ ਰਸਾਂ ਤੋਂ ਛੁਟਕਾਰਾ ਪਾ ਜਾਂਦਾ ਹੈ ਤੇ ਉਸ ਨੂੰ ਸਰੀਰਕ ਭੋਗਾਂ ਦੀ ਕੋਈ ਖਿੱਚ ਨਹੀਂ ਰਹਿੰਦੀ, ਸਗੋਂ ਸਰੀਰ ਦੀ ਹੀ ਕੋਈ ਖਿੱਚ ਨਹੀਂ ਰਹਿੰਦੀ। ਸਰੀਰ ਦੀ ਕੋਈ ਆਦਤ ਤੰਗ ਨਹੀਂ ਕਰਦੀ। ਸਭ ਇੰਦਰੀਆਂ ਨੂੰ ਮਨ ਕਾਬੂ ਵਿੱਚ ਰੱਖਦਾ ਹੈ ਤੇ ਮਨ ਨੂੰ ਕਾਬੂ ਵਿੱਚ ਰੱਖਦਾ ਹੈ ਸਿਮਰਨ ਅਭਿਆਸ। ਇਸ ਵਾਸਤੇ ਅਭਿਆਸੀ ਬੰਦਾ ਅਭਿਆਸ ਦੇ ਜ਼ਰੀਏ ਮਨ ਅਤੇ ਇੰਦਰੀਆਂ ਸਭ ਨੂੰ ਆਪਣੇ ਵਸ ਵਿੱਚ ਕਰ ਲੈਂਦਾ ਹੈ ਤੇ ਕਾਇਆ ਨਗਰੀ ਤੇ ਰਾਜਾ ਬਣ ਕੇ ਫਿਰ ਰਾਜ ਕਰਦਾ ਹੈ। ਤਿਆਗ ਦੀ ਤੀਸਰੀ ਹਾਲਤ। ਜਦੋਂ ਅਭਿਆਸੀ ਪੁਰਸ਼ ਮਹਾਨ ਆਤਮਿਕ ਉਚਾਈਆਂ ਦਾ ਵਸਨੀਕ ਹੋ ਜਾਵੇ ਤਾਂ ਉਸ ਨੂੰ ਇਸ ਦੁਨੀਆ ਜਾਂ ਦੁਨੀਆ ਦੇ ਰਸਾਂ ਜਾਂ ਦੁਨੀਆ ਦੀ ਖਿੱਚ ਨਾਲ ਕੋਈ ਸੰਬੰਧ ਨਹੀਂ ਰਹਿੰਦਾ। ਉਹ ਇਹ ਜਾਣਦਾ ਹੈ ਕਿ ਇਹਨਾਂ ਇੰਦਰੀਆਂ ਦੀ ਦੁਨੀਆ, ਭਾਵ ਦੁਨਿਆਵੀ ਰਸਾਂ ਦੀ ਦੁਨੀਆ, ਉਸ ਦੇ ਸਫ਼ਰ ਦੀ ਇੱਕ ਦੁਖਦਾਈ ਮੰਜ਼ਿਲ ਸੀ ਜੋ ਲੰਘ ਚੁੱਕੀ ਹੈ। ਉਸ ਦਾ ਦੁਨਿਆਵੀ ਸੁਭਾਅ ਖਤਮ ਹੋ ਜਾਂਦਾ ਹੈ, ਇੱਥੋਂ ਤੱਕ ਕਿ ਉਹ ਆਪਣੇ ਸਰੀਰ ਨੂੰ ਵੀ ਇੱਕ ਬੇੜੀ ਦੀ ਤਰ੍ਹਾਂ, ਜਿਸ ਦੀ ਦਰਿਆ ਪਾਰ ਹੋ ਚੁੱਕਣ ਮਗਰੋਂ ਲੋੜ ਨਹੀਂ ਰਹਿੰਦੀ, ਬੇਕਾਰ ਹੀ ਸਮਝਦਾ ਹੈ। ਹੁਣ ਉਸੇ ਸਰੀਰ ਨੂੰ ਜਿਸ ਨਾਲ ਇੰਨਾ ਪਿਆਰ ਤੇ ਕਿਸੇ ਵੇਲੇ ਜਿਸ ਦੀ ਬੜੀ ਰਖਵਾਲੀ ਕਰਦਾ ਰਿਹਾ, ਅਭਿਆਸੀ ਮਨੁੱਖ ਇੱਕ ਵਾਧੂ ਦਾ ਬੋਝ, ਮਲ ਮੂਤਰ ਦਾ ਭਾਂਡਾ, ਇੱਕ ਕੈਦਖਾਨਾ ਜਾਂ ਸਿਰਫ ਪਿੰਜਰਾ ਹੀ ਸਮਝਦਾ ਹੈ। ਉਸ ਨੂੰ ਆਪਣਾ ਸਰੀਰ ਆਪਣੇ ਤੇ ਅਕਾਲ ਪੁਰਖ ਦੇ ਵਿਚਕਾਰ ਸਗੋਂ ਇੱਕ ਰੁਕਾਵਟ ਹੀ ਦਿਸਦੀ ਹੈ। ਇਸ ਅਵਸਥਾ ਵਿੱਚ ਕਰਮ ਖਤਮ ਹੋ ਜਾਂਦੇ ਨੇ। ਅਭਿਆਸੀ ਦੀ ਜ਼ਿੰਦਗੀ ਦਾ ਆਧਾਰ ਪੂਰਨ ਗਿਆਨ, ਭਾਵ ਸੁਪਰ ਕੌਂਸ਼ੀਅਸਨੈਸ ਹੋ ਜਾਂਦਾ ਹੈ। ਉਹ ਆਪਣੀ ਨਵੀਂ ਦੁਨੀਆ ਵਿੱਚ ਹਰ ਵੇਲੇ ਖੁਸ਼ ਰਹਿੰਦਾ ਹੈ ਤੇ ਪੁਰਾਣੇ ਸਰੀਰ ਨੂੰ ਘੋਗੇ ਦੀ ਤਰ੍ਹਾਂ ਤਿਆਗ ਦੇਣਾ ਚਾਹੁੰਦਾ ਹੈ। ਖਾਹਿਸ਼ਾਂ ਮਰ ਜਾਂਦੀਆਂ ਨੇ, ਕਰਮ ਮੁੱਕ ਜਾਂਦੇ ਨੇ, ਫੁਰਨੇ ਖਤਮ ਹੋ ਜਾਂਦੇ ਨੇ ਤੇ ਅਭਿਆਸੀ ਆਤਮਿਕ ਆਨੰਦਮਈ ਚੇਤਨ ਅਵਸਥਾ ਵਿੱਚ ਖਿੜਿਆ ਰਹਿੰਦਾ ਹੈ ਤੇ ਅਖੀਰ ਸਤ ਚਿੱਤ ਆਨੰਦ ਬ੍ਰਹਮ ਵਿੱਚ ਲੀਨ ਹੋ ਜਾਂਦਾ ਹੈ। ਕਈ ਮਹਾਂਪੁਰਖ ਇਸ ਸੁਭਾਗ ਅਵਸਥਾ ਵਿੱਚ ਖੇਡਦੇ ਹੋਏ ਵੀ ਦੁਨੀਆ ਦੇ ਭਲੇ ਵਾਸਤੇ, ਸੱਚ ਦੇ ਪ੍ਰਚਾਰ ਵਾਸਤੇ ਸਰੀਰਕ ਜ਼ਿੰਦਗੀ ਕਾਇਮ ਰੱਖਦੇ ਨੇ। ਪਰ ਕਈਆਂ ਦੀ ਤੇ ਪਰਉਪਕਾਰ ਦੀ ਖਾਹਿਸ਼ ਵੀ ਮੁੱਕ ਜਾਂਦੀ ਹੈ ਤੇ ਸੱਪ ਦੇ ਕੁੰਜ ਤਿਆਗਣ ਵਾਂਗ ਸੰਸਾਰੀ ਸਰੀਰ ਛੱਡ ਦਿੰਦੇ ਨੇ ਤੇ ਨੂਰੀ ਆਤਮਿਕ ਸਰੀਰ ਵਿੱਚ ਲੀਨ ਹੋ ਜਾਂਦੇ ਨੇ। ਮੈਨੂੰ ਇੱਕ ਮਹਾਂਪੁਰਸ਼ ਮਿਲੇ ਜੋ ਸਾਲ ਦਾ ਬਹੁਤਾ ਸਮਾਂ ਪਹਾੜ ਦੀ ਇੱਕ ਇਕਾਂਤ ਗੁਫਾ ਵਿੱਚ ਹੀ ਰਹਿੰਦੇ ਸਨ, ਜਿੱਥੇ ਆਮ ਇਨਸਾਨ ਵਾਸਤੇ ਜਾਣਾ ਵੀ ਮੁਸ਼ਕਲ ਸੀ। ਮੇਰਾ ਮਿੱਤਰ ਉਹਨਾਂ ਨੂੰ ਆਪਣਾ ਗੁਰੂ ਸਮਝਦਾ ਸੀ ਤੇ ਉਹ ਆਪਣੇ ਗੁਰੂ ਦਾ ਦਰਸ਼ਨ ਕਰਨ ਹਰ ਸਾਲ ਇੱਕ ਵਾਰ ਜ਼ਰੂਰ ਜਾਂਦਾ ਸੀ। ਇੱਕ ਵਾਰ ਜਦੋਂ ਉਹ ਉੱਥੇ ਸਾਲ ਮਗਰੋਂ ਪਹੁੰਚੇ ਤਾਂ ਕੀ ਵੇਖਦੇ ਨੇ ਕਿ ਉਹਨਾਂ ਦੇ ਗੁਰੂ ਦੀ ਸਮਾਧੀ ਲੱਗੀ ਹੋਈ। ਜਦੋਂ ਕੁਝ ਦੇਰ ਬਾਅਦ ਆਵਾਜ਼ ਮਾਰਨ ਮਗਰੋਂ ਵੀ ਸਮਾਧੀ ਨਾ ਖੁੱਲੀ ਤਾਂ ਉਸਨੇ ਆਪਣੇ ਉਸ ਮਹਾਂਪੁਰਖ ਦੇ ਸਰੀਰ ਨੂੰ ਹੱਥ ਨਾਲ ਟੁੰਬਿਆ। ਹੱਥ ਲਾਉਂਦਿਆਂ ਸਾਰ ਹੀ ਉਹਨਾਂ ਦਾ ਸਰੀਰ ਡਿੱਗ ਪਿਆ। ਆਖਣ ਲੱਗੇ, ਪਹਿਲਾਂ ਤੇ ਅਸੀਂ ਬੜੇ ਡਰ ਗਏ, ਪਰ ਫਿਰ ਵੈਰਾਗ ਦੀ ਦਸ਼ਾ ਆ ਗਈ। ਇਸ ਦਸ਼ਾ ਵਿੱਚ ਬੜੀ ਅਜੀਬ ਸ਼ਾਂਤੀ ਮਹਿਸੂਸ ਹੋਈ ਤੇ ਮਨ ਇਹੋ ਜਿਹਾ ਟਿਕਿਆ ਵੀ ਸਮੇਂ ਦਾ ਕੁਝ ਪਤਾ ਨਾ ਲੱਗਾ, ਕਿਉਂਕਿ ਉਹਨਾਂ ਦੇ ਗੁਰੂਦੇਵ ਨੇ ਆਪਣਾ ਚੋਲਾ ਆਪਣੀ ਖੁਸ਼ੀ ਨਾਲ ਛੱਡਿਆ ਸੀ। ਕਹਿਣ ਲੱਗੇ, ਪਤਾ ਨਹੀਂ ਸਰੀਰ ਕਦੋਂ ਤੋਂ ਉੱਥੇ ਪਿਆ ਸੀ, ਪਰ ਉਸ ਵਿੱਚੋਂ ਜ਼ਰਾ ਜਿੰਨੀ ਵੀ ਬਦਬੂ ਨਹੀਂ ਸੀ ਆਉਂਦੀ। ਕਈ ਬੰਦੇ, ਖਾਸ ਕਰਕੇ
ਪੱਛਮੀ ਵਿਦਿਆ ਨੂੰ ਪੜ੍ਹਨ ਵਾਲੇ ਇਹਨਾਂ ਗੱਲਾਂ ਨੂੰ ਅਸੰਭਵ ਸਮਝਦੇ ਨੇ, ਪਰ ਉਹ ਵਿਚਾਰੇ ਕਰਨ ਵੀ ਕੀ। ਉਹਨਾਂ ਨੂੰ ਇਹਨਾਂ ਗੱਲਾਂ ਦਾ ਪਤਾ ਵੀ ਨਹੀਂ ਹੁੰਦਾ। ਪਰ ਜਿਸ ਨੂੰ ਅਭਿਆਸ ਕਰਨ ਦੀ ਜਾਚ ਆ ਜਾਏ, ਨਾਮ ਜਪਣ ਦੀ ਇੱਛਾ ਜਾਗ ਪਵੇ ਤੇ ਬੰਦਗੀ ਪਰਪੱਕ ਹੋ ਜਾਏ, ਉਸ ਲਈ ਆਪਣਾ ਸਰੀਰ ਆਪਣੀ ਮਰਜ਼ੀ ਅਨੁਸਾਰ ਛੱਡਣਾ ਕੋਈ ਅਸੰਭਵ ਗੱਲ ਨਹੀਂ ਜਾਪਦੀ। ਸਾਡੇ ਗੁਰੂ ਸਾਹਿਬਾਨ ਨੇ ਆਪਣੇ ਸਰੀਰ ਆਪਣੀ ਮਰਜ਼ੀ ਅਨੁਸਾਰ ਤਿਆਗੇ ਸਨ। ਇਹ ਤਿਆਗ ਦੀ ਤੀਜੀ ਮੰਜ਼ਿਲ ਹੈ, ਜਿਸ ਵਿੱਚੋਂ ਭਾਗਾਂ ਵਾਲੀਆਂ ਰੂਹਾਂ ਸੰਸਾਰਕ ਯਾਤਰਾ ਖਤਮ ਕਰਕੇ ਹੱਸਦੀਆਂ ਖੇਡਦੀਆਂ ਤੇ ਖਿੜੀਆਂ ਹੋਈਆਂ ਸਹਿਜੇ ਹੀ ਲੰਘ ਜਾਂਦੀਆਂ ਨੇ। ਤਿਆਗ ਦੀਆਂ ਉੱਤੇ ਦਸੀਆਂ ਹੋਈਆਂ ਇਹ ਅਵਸਥਾਵਾਂ ਸਿਮਰਨ, ਭਜਨ ਤੇ ਬੰਦਗੀ ਵਾਲੇ ਪੁਰਸ਼ ਉੱਤੇ ਸਹਿਜ ਸੁਭਾਈ ਆ ਜਾਂਦੀਆਂ ਨੇ। ਕਿਸੇ ਖਾਸ ਉਪਾਅ ਜਾਂ ਹੱਠ ਦੀ ਲੋੜ ਨਹੀਂ ਰਹਿੰਦੀ। ਮਨ ਨਾਲ ਲੜਾਈ ਤਾਂ ਅਭਿਆਸੀ ਪੁਰਸ਼ ਦੀ ਹਰ ਵੇਲੇ ਜਾਰੀ ਰਹਿੰਦੀ ਹੈ, ਪਰ ਨਾਮ ਦੀ ਓਟ ਰੱਖਣ ਵਾਲਿਆਂ ਦੀ ਹਰ ਅਵਸਥਾ ਵਿੱਚ, ਹਰ ਹਾਲਤ ਵਿੱਚ ਅਕਾਲ ਪੁਰਖ ਵਾਹਿਗੁਰੂ ਵੱਲੋਂ ਸਹਾਇਤਾ, ਅਗਵਾਈ ਤੇ ਪ੍ਰੇਰਣਾ ਹੁੰਦੀ ਰਹਿੰਦੀ ਹੈ। ਅਭਿਆਸੀ ਪੁਰਸ਼ ਹਰ ਕਦਮ ਵਾਹਿਗੁਰੂ ਦੀ ਮਿਹਰ ਦੇ ਆਸਰੇ ਅੱਗੇ ਵਧਾਉਂਦਾ ਹੈ। ਉਸ ਨੂੰ ਅਭਿਆਸ ਕਮਾਈ ਵਿੱਚ ਬੜੇ ਭੁਲੇਖੇ ਲੱਗਦੇ ਨੇ ਤੇ ਕਈ ਵਾਰ ਉਸ ਨੂੰ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਕਿ ਆਤਮਿਕ ਉੱਚੇ ਮੰਡਲਾਂ ਵਿੱਚ ਪਹੁੰਚ ਜਾਣਾ ਇੱਕ ਮਾਮੂਲੀ ਜਿਹੀ ਗੱਲ ਹੈ। ਸਿਰਫ ਸੁਰਤੀ ਨੂੰ ਇਕੱਠਿਆਂ ਕਰਕੇ ਅਫੁਰ ਅਵਸਥਾ ਵਿੱਚ ਪਹੁੰਚ ਜਾਣਾ ਇੱਕ ਸੁਭਾਵਿਕ ਜਿਹਾ ਕੰਮ ਲੱਗਣ ਲੱਗ ਪੈਂਦਾ। ਉਹ ਸਮਝਣ ਲੱਗ ਪੈਂਦਾ ਕਿ ਹੁਣ ਰੱਬ ਦੀ ਕਿਰਪਾ ਦੀ ਕੋਈ ਲੋੜ ਨਹੀਂ ਰਹੀ। ਬਸ ਜਿਵੇਂ ਹੀ ਇਹ ਖਿਆਲ ਆਉਂਦਾ ਹੈ, ਆਤਮਿਕ ਤਰੱਕੀ ਰੁਕ ਜਾਂਦੀ ਹੈ, ਸਰੂਰ ਘਟ ਜਾਂਦਾ ਹੈ, ਅਭਿਆਸ ਰੁੱਖਾ ਲੱਗਣ ਲੱਗ ਪੈਂਦਾ ਹੈ, ਮਨ ਥੋੜਾ ਚਿਰ ਟਿਕਣ ਮਗਰੋਂ ਉਚਾਟ ਹੋ ਜਾਂਦਾ ਹੈ। ਮੈਨੂੰ ਕਈ ਵਾਰ ਇਹ ਭੁਲੇਖਾ ਲੱਗਦਾ ਰਿਹਾ ਤੇ ਮੇਰਾ ਇਹ ਤਜਰਬਾ ਹੈ ਕਿ ਭਗਤੀ ਭਾਵ, ਨਿਮਰਤਾ, ਪ੍ਰੇਮ ਅਤੇ ਵਾਹਿਗੁਰੂ ਨੂੰ ਮਿਲਣ ਦੀ ਤੀਬਰ ਇੱਛਾ ਦੇ ਬਗੈਰ ਬੰਦਗੀ ਕਦੇ ਸੰਪੂਰਨ ਨਹੀਂ ਹੁੰਦੀ। ਬੰਦਗੀ ਕਰਦਿਆਂ ਕਈ ਵਾਰ ਹੰਕਾਰ ਜਾਂ ਮਾਣ ਆ ਜਾਂਦਾ ਹੈ ਤਾਂ ਵੀ ਤਰੱਕੀ ਰੁਕ ਜਾਂਦੀ ਹੈ, ਜਿਸ ਦਾ ਇਲਾਜ ਸਗੋਂ ਵਾਹਿਗੁਰੂ ਅੱਗੇ ਪਛਚਾਤਾਪ ਅਤੇ ਨਿਰਮਾਣ ਅਰਦਾਸਾਂ ਹੀ ਹੋ ਸਕਦੀਆਂ ਨੇ। ਕਰਾਮਾਤ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਬਚਨ ਹੈ, ਨਹੀਂ ਹੋਤ ਕਛ ਦੋਊ ਬਾਰਾ, ਕਰਣੈ ਹਾਰ ਨਾ ਭੂਲਣ ਹਾਰਾ। ਕੁਦਰਤ ਦੇ ਕਾਨੂੰਨ ਅਟੱਲ ਨੇ ਤੇ ਵਾਹਿਗੁਰੂ ਦੇ ਬਣਾਏ ਹੋਏ ਕਾਨੂੰਨ ਵੀ ਅਟੱਲ ਨੇ। ਇੱਕ ਵਾਰ ਜਿਹੜੇ ਬਣ ਚੁੱਕੇ ਨੇ ਉਹਨਾਂ ਵਿੱਚ ਕਦੇ ਤਬਦੀਲੀ ਨਹੀਂ ਆ ਸਕਦੀ। ਜਿਹੜੇ ਕਰਾਮਾਤ ਦਾ ਮਤਲਬ ਇਹ ਸਮਝਦੇ ਨੇ ਕਿ ਵਾਹਿਗੁਰੂ ਆਪਣੇ ਭਗਤਾਂ ਵਾਸਤੇ, ਗੁਰੂਆਂ ਜਾਂ ਪੀਰਾਂ ਵਾਸਤੇ ਉਹ ਆਪਣੇ ਨਿਯਮ ਤੋੜ ਦਿੰਦਾ ਹੈ, ਉਹ ਫਿਰ ਵਾਹਿਗੁਰੂ ਦੇ ਸੁਭਾਅ ਤੋਂ ਵਾਕਿਫ ਨਹੀਂ ਹੈਗੇ। ਪਾਣੀ ਹਮੇਸ਼ਾ ਨੀਵੇਂ ਪਾਸੇ ਵਗਦਾ ਹੈ, ਇਹ ਕੁਦਰਤ ਦਾ ਇੱਕ ਅਸੂਲ ਹੈ ਤੇ ਇਸ ਅਸੂਲ ਵਿੱਚ ਕੋਈ ਤਬਦੀਲੀ ਨਹੀਂ ਹੋ ਸਕਦੀ। ਪਾਣੀ ਆਪਣੇ ਕੁਦਰਤੀ ਸੁਭਾਅ ਦੇ ਉਲਟ ਉਚਾਣ ਵੱਲ ਕਦੇ ਨਹੀਂ ਵਗੇਗਾ, ਪਰ ਇਸ ਦੇ ਬਾਵਜੂਦ ਅਸੀਂ ਰੋਜ਼ ਵੇਖਦੇ ਹਾਂ ਕਿ ਪਾਣੀ ਕਈ ਛੱਤਾਂ ਤੇ ਨਾਲੀਆਂ ਦੇ ਜ਼ਰੀਏ ਰੋਜ਼ ਉੱਤੇ ਚੜ ਜਾਂਦਾ ਹੈ। ਅਣਜਾਣ ਬੰਦਾ ਇੱਥੇ ਭੁਲੇਖਾ ਖਾ ਜਾਏਗਾ ਤੇ ਇਸ ਘਟਨਾ ਨੂੰ ਕੌਤਕ ਜਾਂ ਕਰਾਮਾਤ ਆਖੇਗਾ, ਪਰ ਜਿਸ ਬੰਦੇ ਨੂੰ ਪਾਣੀ ਸੰਬੰਧੀ ਦੂਜੇ ਕਾਨੂੰਨ ਦਾ ਪਤਾ ਹੋਵੇ ਕਿ ਪਾਣੀ ਨੂੰ ਜਿਸ ਉਚਾਈ ਤੋਂ ਨੀਵੇਂ ਸੁੱਟੀਏ ਉਤਨੀ ਉਚਾਈ ਤੱਕ ਮੁੜ ਲੈ ਕੇ ਜਾਣ ਦੀ ਸਮਰੱਥਾ ਵੀ ਰੱਖਦਾ ਹੈ, ਜਾਂ ਜਿੰਨੀ ਤਾਕਤ ਨਾਲ ਪਾਣੀ ਨੂੰ ਪਿੱਛੋਂ ਧੱਕੀਏ ਓਨਾ ਉੱਚਾ ਚੜ ਜਾਏਗਾ, ਉਸ ਵਾਸਤੇ ਪਾਣੀ ਨੂੰ ਉੱਚੀਆਂ ਥਾਵਾਂ ਤੇ ਵਗਦੇ ਹੋਏ ਵੇਖਣਾ ਕੋਈ ਅਚੰਭੇ ਵਾਲੀ ਗੱਲ ਨਹੀਂ ਹੁੰਦੀ। ਸਾਇੰਸ ਦੀਆਂ ਸਾਰੀਆਂ ਕਰਾਮਾਤਾਂ, ਟੈਲੀਗ੍ਰਾਫੀ, ਗ੍ਰਾਮੋਫੋਨ, ਸਿਨੇਮਾ, ਰੇਡੀਓ ਜਾਂ ਟੈਲੀਫੋਨ, ਟੈਲੀਵਿਜ਼ਨ, ਇਹ ਸਭ ਗੱਲਾਂ ਆਮ ਮਨੁੱਖ ਵਾਸਤੇ ਹੈਰਾਨੀ ਪੈਦਾ ਕਰ ਸਕਦੀਆਂ ਨੇ, ਪਰ ਸਾਇੰਸਦਾਨਾਂ ਵਾਸਤੇ ਇਹ ਸਭ ਕੁਝ ਕੁਦਰਤ ਦੇ ਨਿਯਮਾਂ ਅਨੁਸਾਰ ਹੁੰਦਾ ਹੈ।
ਕੋਈ ਹੈਰਾਨੀ ਵਾਲੀ ਗੱਲ ਨਹੀਂ ਲੱਗਦੀ। ਇਹ ਫਰਕ ਅਗਿਆਨੀ ਤੇ ਗਿਆਨਵਾਨ ਮਨੁੱਖ ਵਿੱਚ ਹੁੰਦਾ ਹੈ। ਆਮ ਲੋਕ ਆਤਮਾ ਦੇ ਉੱਚੇ ਅਸੂਲਾਂ ਨੂੰ ਨਾ ਸਮਝਦੇ ਹੋਏ ਇਹਨਾਂ ਨੂੰ ਕਰਾਮਾਤ ਕਹਿੰਦੇ ਨੇ, ਪਰ ਗਿਆਨਵਾਨ ਬੰਦੇ ਵਾਸਤੇ ਇਹ ਤੇ ਸਧਾਰਨ ਘਟਨਾਵਾਂ ਹੁੰਦੀਆਂ ਨੇ। ਇੱਕ ਥਾਂ ਤੇ ਮਿਸਟਰ ਐਡਵਰਡ ਕਾਰਪੈਂਟਰ ਕਰਾਮਾਤ ਸੰਬੰਧੀ ਖੂਬ ਲਿਖਦੇ ਨੇ ਕਿ ਕਰਾਮਾਤ ਕੋਈ ਅਣਹੋਣੀ ਗੱਲ ਨਹੀਂ ਹੁੰਦੀ। ਇਹ ਸ਼ਕਤੀਆਂ ਤੇ ਲਗਾਤਾਰ ਅਭਿਆਸ ਜਾਂ ਸਾਧਨਾ ਦੇ ਫਲ ਦੀਆਂ ਹੁੰਦੀਆਂ ਨੇ ਤੇ ਇਹਨਾਂ ਦਾ ਆਪਣਾ ਖਾਸ ਨਿਯਮ ਕਾਨੂੰਨ ਹੁੰਦਾ ਹੈ। ਇਸ ਸੰਬੰਧ ਵਿੱਚ ਸ਼੍ਰੀਮਤੀ ਮੇਰੀ ਬੇਕਰ ਐਡੀ ਲਿਖਦੇ ਨੇ, ਕਰਾਮਾਤ ਉਹ ਹੈ ਜਿਹੜੀ ਆਤਮਿਕ ਦ੍ਰਿਸ਼ਟੀਕੋਣ ਤੋਂ ਸਾਧਾਰਨ ਜਾਂ ਕੁਦਰਤੀ ਹੋਵੇ, ਪਰ ਮਨੁੱਖੀ ਅਕਲ ਰਾਹੀਂ ਸਾਇੰਸ ਦੀ ਇੱਕ ਘਟਨਾ ਹੀ ਸਮਝੀ ਜਾਵੇ। ਹਾਂ, ਇਹ ਦੁਨੀਆ ਸੱਚਮੁੱਚ ਅਣਗਿਣਤ ਇਹੋ ਜਿਹੀਆਂ ਕਰਾਮਾਤਾਂ ਦਾ ਨਤੀਜਾ ਹੈ। ਬਲਕਿ ਇਸ ਤਰ੍ਹਾਂ ਸਮਝੋ ਕਿ ਹਰ ਕਰਾਮਾਤ ਇੱਕ ਦੂਸਰੇ ਸਿਸਟਮ ਨੂੰ, ਦੂਸਰੀ ਲੜੀ ਨੂੰ ਜਨਮ ਦਿੰਦੀ ਹੈ, ਜਿਸ ਦੇ ਨਤੀਜੇ ਵਜੋਂ ਹੋਰ ਕੰਮ ਅੱਗੇ ਹੋਂਦ ਵਿੱਚ ਆਉਂਦੇ ਜਾਂਦੇ ਨੇ। ਅਸੀਂ ਉਸ ਨੂੰ ਕਰਾਮਾਤ ਸਮਝਦੇ ਹਾਂ, ਪਰ ਵਾਹਿਗੁਰੂ ਦੇ ਹੁਕਮ ਵਿੱਚ ਇਹ ਇੱਕ ਆਮ ਜਿਹੀ ਘਟਨਾ ਹੁੰਦੀ ਹੈ। ਜਿਵੇਂ ਬਾਬਾ ਅਟਲ ਰਾਏ ਜੀ ਨੇ ਆਪਣੇ ਮਿੱਤਰ ਨੂੰ, ਜੋ ਕਿ ਸੱਪ ਲੜਨ ਦੇ ਕਾਰਨ ਦੁਨੀਆ ਦੇ ਖਿਆਲ ਵਿੱਚੋਂ ਮਰ ਚੁੱਕਾ ਸੀ, ਉਸ ਨੂੰ ਆਵਾਜ਼ ਮਾਰ ਕੇ ਸੁਰਜੀਤ ਕਰ ਦਿੱਤਾ। ਆਮ ਦੁਨੀਆ ਨੇ ਇਸ ਨੂੰ ਕਰਾਮਾਤ ਸਮਝਿਆ, ਪਰ ਬਾਬਾ ਅਟਲ ਸਾਹਿਬ ਵਾਸਤੇ, ਉਹਨਾਂ ਵਰਗੀ ਆਤਮਿਕ ਅਵਸਥਾ ਦੇ ਮਹਾਂਪੁਰਸ਼ਾਂ ਵਾਸਤੇ ਇਹ ਕੋਈ ਅਚੰਭੇ ਵਾਲੀ ਗੱਲ ਨਹੀਂ ਸੀ। ਐਸੇ ਗੁਰਮੁਖਾਂ ਨੂੰ ਆਮ ਤੌਰ ਤੇ ਹੀ ਪਤਾ ਹੁੰਦਾ ਹੈ ਕਿ ਆਤਮਾ ਕਦੇ ਨਹੀਂ ਮਰਦੀ, ਜ਼ਿੰਦਗੀ ਕਦੇ ਖਤਮ ਨਹੀਂ ਹੁੰਦੀ। ਆਦਮੀ ਸੁਪਨੇ ਵਿੱਚ ਜੰਮਦਾ ਹੈ, ਆਪਣੀ ਜ਼ਿੰਦਗੀ ਬਤੀਤ ਕਰਦਾ ਤੇ ਮਰ ਜਾਂਦਾ ਹੈ। ਬਾਬੇ ਅਟਲ ਨੇ ਇੱਕ ਭੁਲੇਖਾ ਦੂਰ ਕਰ ਦਿੱਤਾ, ਨਾਲੇ ਲੋਕਾਂ ਨੂੰ ਸਾਬਤ ਕਰਕੇ ਵਿਖਾ ਦਿੱਤਾ ਕਿ ਦੁਨੀਆ ਦੇ ਕਿਸੇ ਆਦਮੀ ਨੂੰ ਮੁਰਦਾ ਸਮਝ ਲੈਣ ਨਾਲ ਉਸ ਦੀ ਜ਼ਿੰਦਗੀ ਖਤਮ ਨਹੀਂ ਹੋ ਜਾਂਦੀ। ਜਿਸ ਨੂੰ ਜ਼ਿੰਦਗੀ ਦੀ ਅਸਲੀਅਤ ਦਾ ਗਿਆਨ ਹੋ ਜਾਵੇ, ਉਸ ਦੇ ਇੱਕ ਇਸ਼ਾਰੇ ਨਾਲ ਆਤਮਾ ਮੁਰਦਾ ਸਰੀਰ ਵਿੱਚ ਫਿਰ ਦਾਖਲ ਹੋ ਕੇ ਨਵੇਂ ਸਿਰਿਓਂ ਜ਼ਿੰਦਗੀ ਬਤੀਤ ਕਰ ਸਕਦੀ ਹੈ। ਬਾਬਾ ਅਟਲ ਜੀ ਨੂੰ ਉਹਨਾਂ ਦੇ ਪਿਤਾ ਗੁਰੂ ਹਰਗੋਬਿੰਦ ਸਾਹਿਬ ਜੀ ਇਸ ਵਾਸਤੇ ਨਾਰਾਜ਼ ਨਹੀਂ ਸਨ ਹੋਏ ਕਿ ਬਾਬੇ ਅਟਲ ਨੇ ਕਿਤੇ ਵਾਹਿਗੁਰੂ ਦੇ ਰਾਜ ਵਿੱਚ ਕੋਈ ਆਪਣੇ ਵੱਲੋਂ ਨਵਾਂ ਕਾਨੂੰਨ ਘੜ ਦਿੱਤਾ ਹੈ, ਬਲਕਿ ਇਸ ਵਾਸਤੇ ਹੋਏ ਸਨ ਕਿ ਜਿੰਨੇ ਨਵਾਬ ਜਾਂ ਅਮੀਰ ਅੱਗੇ ਨੂੰ ਮਰਨਗੇ, ਉਹਨਾਂ ਦੇ ਜੀਵਨ ਦੀ ਮੰਗ ਤੇ ਇਹ ਸਿਫਾਰਿਸ਼ਾਂ ਸਗੋਂ ਗੁਰੂ ਘਰ ਨੂੰ ਤੰਗ ਕਰਨਗੀਆਂ। ਦੂਜਾ ਕਾਰਨ ਇਹ ਸੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਗੱਦੀ ਤੇ ਪਿਤਾ ਗੁਰੂ ਦੇ ਮੌਜੂਦ ਹੁੰਦਿਆਂ ਇਸ ਕਿਸਮ ਦੀਆਂ ਆਤਮਿਕ ਸ਼ਕਤੀਆਂ ਵਿਖਾਣਾ ਪੁੱਤਰ ਵਾਸਤੇ ਅਯੋਗ ਗੱਲ ਹੈ। ਗੁਰੂ ਪਿਤਾ ਨੇ ਕਿਹਾ, ਇੱਕ ਮਿਆਨ ਵਿੱਚ ਦੋ ਤਲਵਾਰਾਂ ਨਹੀਂ ਰਹਿ ਸਕਦੀਆਂ। ਆਗਿਆਕਾਰੀ ਪੁੱਤਰ ਨੇ ਜਿਸ ਤਰ੍ਹਾਂ ਜਿਉਂਦੇ ਜੀ ਆਤਮਿਕ ਅਸੂਲਾਂ ਦੀ ਹਸਤੀ ਨੂੰ ਸਾਬਤ ਕੀਤਾ ਸੀ ਕਿ ਆਤਮਾ ਕਦੇ ਮਰ ਨਹੀਂ ਸਕਦੀ, ਉਸੇ ਤਰ੍ਹਾਂ ਦੂਜੇ ਆਤਮਿਕ ਅਸੂਲ ਨੂੰ ਸਾਬਤ ਕੀਤਾ ਕਿ ਆਤਮਾ ਜਦੋਂ ਚਾਹੇ ਆਪਣੇ ਸਰੀਰ ਨੂੰ ਆਪਣੀ ਖੁਸ਼ੀ ਨਾਲ ਵੱਖ ਕਰ ਸਕਦੀ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਹੋਰ ਸਾਰੇ ਗੁਰੂ ਸਾਹਿਬਾਨ ਕਈ ਵਾਰ ਆਪਣੀ ਜ਼ਿੰਦਗੀ ਵਿੱਚ ਉੱਚੇ ਆਤਮਿਕ ਅਸੂਲਾਂ ਨੂੰ ਵਰਤ ਕੇ ਉਹਨਾਂ ਦੀ ਹਸਤੀ ਦਾ ਸਬੂਤ ਦਿੰਦੇ ਰਹੇ ਨੇ। ਅਸੀਂ ਇਤਿਹਾਸ ਵਿੱਚ ਕਈ ਪੂਰਨ ਸਿੱਖਾਂ ਦਾ ਉੱਚੇ ਆਤਮਿਕ ਅਸੂਲਾਂ ਨੂੰ ਲੋੜ ਅਨੁਸਾਰ ਵਰਤਣ ਦਾ ਜ਼ਿਕਰ ਆਮ ਪੜ੍ਹ ਲਏ ਨੇ। ਹਾਂ, ਕਰਾਮਾਤ ਵਾਹਿਗੁਰੂ ਦੇ ਕਿਸੇ ਅਸੂਲ ਨੂੰ ਭੰਗ ਨਹੀਂ ਕਰਦੀ, ਸਗੋਂ ਵਾਹਿਗੁਰੂ ਦੇ ਬਣਾਏ ਹੋਰ ਉੱਚੇ ਆਤਮਿਕ ਅਸੂਲਾਂ ਦੀ ਹੋਂਦ ਦੀ ਦਲੀਲ ਹੁੰਦੀਆਂ ਨੇ। ਨਾਮ ਜਪਣ ਵਾਲੇ ਬੰਦੇ ਨੂੰ ਉੱਚੇ ਆਤਮਿਕ ਅਸੂਲਾਂ ਦਾ ਗਿਆਨ ਸੁਭਾਵਕ ਹੀ ਹੁੰਦਾ ਰਹਿੰਦਾ ਹੈ, ਤੇ ਜਿਵੇਂ-ਜਿਵੇਂ ਇਹਨਾਂ ਦੇ ਭੁਲੇਖੇ ਦੀ ਅੱਖ ਖੁੱਲ੍ਹਦੀ ਏ, ਉਵੇਂ-ਉਵੇਂ ਇਹ ਆਪਣੇ ਅੰਦਰ ਆਤਮਿਕ ਸ਼ਕਤੀਆਂ ਮਹਿਸੂਸ ਕਰਦੇ ਜਾਂਦੇ ਨੇ ਤੇ ਇੱਕ ਇਹੋ ਜਿਹੀ ਅਵਸਥਾ ਵਿੱਚ ਪਹੁੰਚ ਜਾਂਦੇ ਨੇ ਜਿੱਥੇ ਸਭ ਰਿੱਧੀਆਂ ਸਿੱਧੀਆਂ
ਆਪਣਾ ਹੱਥ ਬੰਨ੍ਹ ਕੇ ਭਗਤ ਦੇ ਸਾਹਮਣੇ ਗੁਲਾਮ ਬਣੀਆਂ ਖੜੀਆਂ ਰਹਿੰਦੀਆਂ ਨੇ। ਜਿਵੇਂ ਸ੍ਰੀ ਗੁਰੂ ਅਮਰਦਾਸ ਜੀ ਫਰਮਾਉਂਦੇ ਨੇ, ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੈ, ਚਰਣੀ ਲਾਗੈ ਤਾਂ ਮਹਿਲ ਪਾਵੈ। ਜਾਂ ਸੋਰਠ ਰਾਗ ਵਿੱਚ ਆਖਦੇ ਨੇ, ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੈ, ਜੋ ਹਰ ਹਿਰਦੈ ਸਦਾ ਵਸਾਏ। ਸਿਮਰਨ ਅਭਿਆਸੀ ਨੂੰ ਬੜੀਆਂ ਬੜੀਆਂ ਕਰਾਮਾਤਾਂ ਕਰਨ ਦੀ ਸਮਰੱਥਾ ਹਾਸਲ ਹੋ ਜਾਂਦੀ ਹੈ, ਪਰ ਆਮ ਤੌਰ ਤੇ ਗੁਰੂ ਘਰ ਵਿੱਚ ਇਹਨਾਂ ਤਾਕਤਾਂ ਵੱਲ ਬਹੁਤਾ ਧਿਆਨ ਦੇਣਾ ਜਾਂ ਇਹਨਾਂ ਨਾਲ ਮੋਹ ਪਾਉਣ ਤੋਂ ਰੋਕਿਆ ਗਿਆ ਹੈ। ਕਿਉਂਕਿ ਗੁਰੂ ਜੀ ਆਖਦੇ ਨੇ, ਰਿੱਧ ਸਿੱਧ ਸਭ ਮੋਹ ਹੈ, ਨਾਮ ਨਾ ਵਸੈ ਮਨ ਆਏ। ਜੇ ਅਭਿਆਸੀ ਬੰਦਾ ਕਰਾਮਾਤਾਂ ਦੇਖਣ ਦਿਖਾਣ ਵਿੱਚ ਲੱਗ ਜਾਵੇ ਤਾਂ ਉਸ ਦੀ ਆਤਮਿਕ ਤਰੱਕੀ ਰੁਕ ਜਾਂਦੀ ਹੈ ਤੇ ਬਹੁਤੀ ਵਾਰ ਸਗੋਂ ਹੰਕਾਰ ਜਾਂ ਹਉਮੈ ਦਾ ਰੋਗ ਵੱਧ ਜਾਂਦਾ ਹੈ, ਜਿਸ ਨੂੰ ਮਾਰਨਾ ਹੀ ਬੰਦਗੀ ਦਾ ਨਿਸ਼ਾਨਾ ਹੈ। ਇਸ ਵਾਸਤੇ ਇਸ ਅਵਸਥਾ ਨੂੰ ਸੰਭਾਲ ਕੇ ਰੱਖਣਾ ਤੇ ਵਰਤਣਾ ਚਾਹੀਦਾ ਹੈ। ਹਾਂ, ਰੱਬੀ ਬਰਕਤਾਂ ਵਿੱਚ ਆਉਣ ਵਾਲੀਆਂ ਘਟਨਾਵਾਂ ਦਾ ਪਹਿਲੋਂ ਪਤਾ ਲੱਗ ਜਾਣਾ, ਦੂਜੇ ਦੇ ਦਿਲ ਦੀ ਗੱਲ ਬੁੱਝ ਲੈਣੀ। ਜਿਸ ਨੂੰ ਪਿਆਰ ਕਰਨਾ ਉਹ ਆਪਣੇ ਆਪ ਹੀ ਮੋਹਿਤ ਹੋ ਜਾਏ, ਜਿਸ ਤੇ ਨਾਰਾਜ਼ ਹੋਣਾ ਉਸ ਨੇ ਰੋਗੀ ਹੋ ਜਾਣਾ, ਜਾਂ ਉਂਝ ਹੀ ਕਿਸੇ ਦੇ ਬਾਰੇ ਵਿੱਚ ਜਿਹੜੀ ਵੀ ਦਿਲੀ ਇੱਛਾ ਪੂਰੀ ਕਰਨੀ ਉਹ ਪੂਰੀ ਹੋ ਜਾਣੀ। ਜਿਸ ਨੂੰ ਯਾਦ ਕਰਨਾ ਉਸ ਦਾ ਆ ਜਾਣਾ, ਤੇ ਜਿਸ ਵੱਲ ਨਜ਼ਰ ਕਰਕੇ ਤੱਕਣਾ ਉਸਨੇ ਸਗੋਂ ਅੱਖਾਂ ਨੀਵੀਆਂ ਕਰ ਲੈਣੀਆਂ, ਤੇ ਜਿਸ ਬਿਮਾਰ ਨੂੰ ਚਾਹਣਾ ਕਿ ਰਾਜ਼ੀ ਹੋ ਜਾਏ ਉਹ ਠੀਕ ਹੋ ਜਾਣਾ। ਇਹੋ ਜਿਹੀਆਂ ਅਨੇਕਾਂ ਛੋਟੀਆਂ ਛੋਟੀਆਂ ਤਾਕਤਾਂ ਮਾਮੂਲੀ ਅਵਸਥਾ ਦੇ ਅਭਿਆਸੀਆਂ ਵਿੱਚ ਵੀ ਪ੍ਰਗਟ ਹੋ ਜਾਂਦੀਆਂ ਨੇ। ਹਾਂ, ਇਸ ਕਿਸਮ ਦੇ ਗੁਰਮੁਖਾਂ ਅੱਗੇ ਬੇਨਤੀ ਹੈ ਕਿ ਜਿੱਥੋਂ ਤੱਕ ਹੋ ਸਕੇ ਆਤਮਿਕ ਤਾਕਤਾਂ ਨੂੰ ਆਪਣੇ ਨਿੱਜੀ ਫਾਇਦੇ ਵਾਸਤੇ ਜਾਂ ਕਿਸੇ ਦੇ ਨੁਕਸਾਨ ਵਾਸਤੇ ਨਹੀਂ ਵਰਤੀਦਾ, ਨਹੀਂ ਤਾਂ ਮਨ ਇਹਨਾਂ ਤਾਕਤਾਂ ਦੇ ਵਿੱਚ ਹੀ ਅਟਕ ਜਾਏਗਾ ਤੇ ਆਤਮਿਕ ਤਰੱਕੀ ਬੰਦ ਹੋ ਜਾਏਗੀ, ਜਿਸ ਕਰਕੇ ਤਾਕਤਾਂ ਵੀ ਜਾਂਦੀਆਂ ਰਹਿਣਗੀਆਂ ਤੇ ਕੀਤੀ ਕਮਾਈ ਵੀ ਵਿਅਰਥ ਹੋ ਜਾਵੇਗੀ। ਹਾਂ, ਪਰਉਪਕਾਰ ਵਾਸਤੇ ਕਦੀ-ਕਦੀ ਮਹਾਂਪੁਰਸ਼ ਆਪਣੀਆਂ ਆਤਮਿਕ ਤਾਕਤਾਂ ਦੀ ਵਰਤੋਂ ਵੀ ਕਰ ਲੈਂਦੇ ਨੇ, ਪਰ ਦਿਖਾਵੇ ਵਾਸਤੇ ਜਾਂ ਖੁਦਗਰਜ਼ੀ ਵਾਸਤੇ ਕਰਾਮਾਤ ਵਿਖਾਉਣੀ ਇੱਕ ਹਾਨੀਕਾਰਕ ਅਵਸਥਾ ਹੈ, ਜਿਸ ਤੋਂ ਬਚਣਾ ਚਾਹੀਦਾ ਹੈ। ਜਦੋਂ ਤੱਕ ਅਭਿਆਸੀ ਨੂੰ ਵਾਹਿਗੁਰੂ ਦੇ ਨਿਰਗੁਣ ਸਰੂਪ ਦਾ ਕਾਫੀ ਗਿਆਨ ਨਾ ਹੋ ਜਾਵੇ, ਉਦੋਂ ਤੱਕ ਉਸ ਨੂੰ ਰਿੱਧੀਆਂ ਸਿੱਧੀਆਂ ਤੇ ਕਰਾਮਾਤਾਂ ਤੋਂ ਜ਼ਰੂਰ ਬਚਣਾ ਚਾਹੀਦਾ ਹੈ। ਇਹ ਅਭਿਆਸ ਦੇ ਵਧਣ ਨਾਲ ਵਧਦੀਆਂ ਜਾਂਦੀਆਂ ਨੇ ਤੇ ਅਭਿਆਸੀ ਨੂੰ ਖਿੱਚ ਪਾ ਕੇ ਪਰਮ ਆਨੰਦ ਦੀ ਆਖਰੀ ਪਦਵੀ ਵਿੱਚ ਲੀਨ ਹੋਣ ਤੋਂ ਰੋਕ ਦਿੰਦੀਆਂ ਨੇ। ਸੱਚ ਦੀ ਪ੍ਰਾਪਤੀ ਇੱਕ ਉੱਚੇ ਪਹਾੜ ਦੀ ਚੋਟੀ ਤੇ ਪਹੁੰਚਣਾ ਹੈ। ਅਭਿਆਸੀ ਜਿਵੇਂ-ਜਿਵੇਂ ਚੜ੍ਹਦਾ ਹੈ ਉਵੇਂ-ਉਵੇਂ ਉਸ ਦੀ ਥਕਾਨ ਵੱਧ ਜਾਂਦੀ ਹੈ ਤੇ ਠੰਡੀ ਹਵਾ ਦੇ ਬੁੱਲੇ, ਸੰਘਣੇ ਦਰਖਤਾਂ ਦੇ ਝੁੰਡ, ਪਾਣੀ ਦੇ ਚਸ਼ਮੇ ਉਸ ਨੂੰ ਆਪਣੇ ਵੱਲ ਖਿੱਚਦੇ ਤੇ ਪ੍ਰੇਰਦੇ ਨੇ। ਰਿੱਧੀਆਂ ਸਿੱਧੀਆਂ ਵੀ ਥੱਕੇ ਹੋਏ ਅਭਿਆਸੀ ਨੂੰ ਜਲਵੇ ਵਿਖਾ ਕੇ ਆਪਣੇ ਵੱਲ ਬੁਲਾਉਂਦੀਆਂ ਤੇ ਪ੍ਰੇਰਦੀਆਂ ਨੇ। ਜਿਹੜਾ ਅਭਿਆਸੀ ਇਹਨਾਂ ਦੇ ਜਾਲ ਵਿੱਚ ਫਸ ਜਾਏ ਉਹ ਪਹਾੜ ਦੀ ਉੱਚੀ ਤੇ ਆਖਰੀ ਚੋਟੀ ਤੇ ਪਹੁੰਚਣੋਂ ਰਹਿ ਜਾਂਦਾ ਹੈ। ਇਸ ਅਵਸਥਾ ਵਿੱਚ ਮੁਮਕਿਨ ਹੈ ਕਿ ਉਸ ਦਾ ਦਿਲ ਇਤਨਾ ਖੁੱਭੇ ਕਿ ਉਤਲੀ ਚੋਟੀ ਜਾਂ ਵਾਹਿਗੁਰੂ ਦੀ ਲੀਨਤਾ ਦਾ ਖਿਆਲ ਹੀ ਭੁੱਲ ਜਾਏ ਤੇ ਬਜਾਏ ਉਸ ਦੇ ਵਾਹਿਗੁਰੂ ਵਿੱਚ ਲੀਨ ਹੋਣ ਦੇ ਉਹ ਸਗੋਂ ਮਾਇਆ ਦੀਆਂ ਇਹਨਾਂ ਨੀਵੀਆਂ ਅਵਸਥਾਵਾਂ ਵਿੱਚ ਹੀ ਫਸ ਜਾਏ। ਇਸ ਵਾਸਤੇ ਕਿਸੇ ਵੀ ਅਭਿਆਸੀ ਨੂੰ ਬੜਾ ਖਬਰਦਾਰ ਤੇ ਹੁਸ਼ਿਆਰ ਰਹਿਣਾ ਚਾਹੀਦਾ। ਹਾਂ, ਇਸ ਲਈ ਸੁਨਹਿਰੀ ਅਸੂਲ ਇਹ ਹੈ ਕਿ ਆਪਣੇ ਸਵਾਰਥ, ਵਿਖਾਵੇ ਜਾਂ ਕਿਸੇ ਨੂੰ ਨੁਕਸਾਨ ਪਹੁੰਚਾਉਣ ਵਾਸਤੇ ਰਿੱਧੀਆਂ ਸਿੱਧੀਆਂ ਕਰਾਮਾਤਾਂ ਦੀ ਵਰਤੋਂ ਬਿਲਕੁਲ ਨਾ ਹੋਵੇ। ਹਾਂ, ਇਸ ਅਵਸਥਾ ਤੋਂ ਲੰਘਿਆ ਹੋਇਆ ਸੁਭਾਗੀ ਗੁਰਮੁਖ ਮਾਇਆ ਨੂੰ ਉੱਕਾ ਹੀ ਤਿਆਗ ਕੇ ਬ੍ਰਹਮ ਵਿੱਚ ਸਦਾ ਲਈ ਲੀਨ ਹੋ ਜਾਂਦਾ ਹੈ। ਸਮਾਧੀ। ਵੈਸੇ ਤਾਂ ਅਸੀਂ ਪਹਿਲਾਂ ਇਹ ਬੇਨਤੀ ਕਰ ਦਿੰਦੇ ਹਾਂ ਕਿ ਸਮਾਧੀ ਦੀ ਪੂਰੀ ਸਮਝ ਉੱਚੀ ਅਵਸਥਾ ਦੇ ਅਭਿਆਸੀਆਂ ਨੂੰ ਹੀ ਆ ਸਕਦੀ ਹੈ,
ਪਰ ਇਸ ਦੇ ਬਾਵਜੂਦ ਅਭਿਆਸੀ ਸੱਜਣਾਂ ਨੂੰ ਨਿਰਾਸ਼ ਨਹੀਂ ਹੋਣਾ ਚਾਹੀਦਾ, ਕਿਉਂਕਿ ਦੇਰ ਜਾਂ ਸਵੇਰ ਜੇ ਉਹ ਲੱਗੇ ਰਹਿਣਗੇ ਤਾਂ ਉਹਨਾਂ ਨੂੰ ਵੀ ਇਹ ਅਵਸਥਾ ਜ਼ਰੂਰ ਹਾਸਲ ਹੋਵੇਗੀ। ਸਿਮਰਨ ਦੀ ਆਖਰੀ ਅਵਸਥਾ, ਜਿਸ ਵਿੱਚ ਫੁਰਨਾ ਨਹੀਂ ਰਹਿੰਦਾ, ਅਤੇ ਗਿਆਨ ਦੀ ਅਖੀਰੀ ਅਵਸਥਾ, ਜਿੱਥੇ ਖੋਜ ਤੇ ਵਿਚਾਰ ਖਤਮ ਹੋ ਜਾਂਦੇ ਨੇ, ਜਦੋਂ ਆਪਸ ਵਿੱਚ ਮਿਲਣ ਤੇ ਇੱਕ ਅਵਸਥਾ ਬਣ ਜਾਣ ਤਾਂ ਇਸ ਤੋਂ ਸਮਾਧੀ ਦਾ ਦਰਜਾ ਪੈਦਾ ਹੁੰਦਾ ਹੈ। ਮਹਾਰਾਜ ਗੁਰੂ ਨਾਨਕ ਦੇਵ ਜੀ ਫਰਮਾਨ ਕਰਦੇ ਨੇ, ਮਨ ਮੈਂ ਮਨੁਆ ਚਿਤ ਮਹਿ ਚੀਤਾ, ਐਸੇ ਹਰ ਕੇ ਲੋਕ ਅਤੀਤਾ। ਮਨ ਨੂੰ ਕਿਸੇ ਹੋਰ ਅਗਲੀ ਖੋਜ ਦੀ ਖਾਹਿਸ਼ ਨਹੀਂ ਰਹਿੰਦੀ, ਆਪਣੇ ਆਪ ਵਿੱਚ ਹੀ ਮਗਨ ਤੇ ਸੰਪੂਰਨ ਹੋ ਜਾਂਦੀ ਹੈ। ਜਾਂ ਇਸ ਤਰ੍ਹਾਂ ਆਖੋ ਕਿ ਮਨ ਹੀ ਨਹੀਂ ਰਹਿੰਦਾ, ਮਨ ਮਰ ਜਾਂਦਾ ਹੈ, ਤੇ ਮਨ ਦੇ ਮਰਨ ਨਾਲ ਫੁਰਨੇ ਤੇ ਵਿਚਾਰਾਂ ਵੀ ਮਰ ਜਾਂਦੀਆਂ ਨੇ। ਸਤਿਗੁਰੂ ਜੀ ਆਖਦੇ ਨੇ, ਸਹਿਜ ਸਮਾਧ ਉਪਾਦ ਰਹਿਤ ਫੁਨ, ਵੱਡੇ ਭਾਗ ਲਿਵ ਲਾਗੀ। ਇਸ ਅਵਸਥਾ ਵਿੱਚ ਆਵਾਜ਼ਾਂ ਪਏ ਮਾਰੋ, ਜੇ ਅਭਿਆਸੀ ਨਾ ਚਾਹੇ ਤਾਂ ਉਸ ਨੂੰ ਬਿਲਕੁਲ ਵੀ ਨਹੀਂ ਸੁਣਦਾ, ਕਿਉਂਕਿ ਉਸ ਦੀ ਸੁਰਤੀ ਕੰਨਾਂ ਨਾਲੋਂ ਵੱਖ ਹੋ ਜਾਂਦੀ ਹੈ। ਇਸ ਅਵਸਥਾ ਦੇ ਪਰਮ ਆਨੰਦ ਦਾ ਜਦੋਂ ਸਵਾਦ ਆ ਜਾਵੇ ਤਾਂ ਫਿਰ ਮੁੜ ਹੋਸ਼ ਜਾਂ ਵਿਚਾਰ ਦੇ ਮੰਡਲ ਵਿੱਚ ਆਉਣ ਨੂੰ ਚਿੱਤ ਨਹੀਂ ਕਰਦਾ। ਇੱਥੇ ਅਭਿਆਸੀ ਚਾਹੁੰਦਾ ਹੈ, ਛਿਨ ਭਰ ਦੀ ਬੇਖੁਦੀ ਤੋਂ ਸਦਕੇ ਹਜ਼ਾਰ ਹੋਸ਼ਾਂ, ਬਿਗੜੀ ਬਣਾਉਣ ਵਾਲੇ ਹਸਤੀ ਮੇਰੀ ਮਿਟਾ ਦੇ। ਇਸ ਅਵਸਥਾ ਦੇ ਅਭਿਆਸੀ ਨੂੰ ਦੁਨੀਆ ਦੀ ਸਾਰੀ ਖੇਡ ਬੱਚਿਆਂ ਦੀ ਖੇਡ ਲੱਗਦੀ ਹੈ, ਜਿਸ ਨੂੰ ਫਿਰ ਖੇਡਣ ਦਾ ਦਿਲ ਨਹੀਂ ਚਾਹੁੰਦਾ। ਜਿਵੇਂ ਵਿਆਹੀ ਕੁੜੀ ਆਪਣੀਆਂ ਕੁਆਰੀਆਂ ਸਹੇਲੀਆਂ ਦੀਆਂ ਗੁੱਡੀਆਂ ਜਾਂ ਪਟੋਲਿਆਂ ਦੀਆਂ ਖੇਡਾਂ ਉੱਤੇ ਹੱਸਦੀ ਹੈ, ਉਸੇ ਤਰ੍ਹਾਂ ਇਸ ਅਵਸਥਾ ਦਾ ਅਭਿਆਸੀ ਦੁਨੀਆ ਦੇ ਰਾਜਿਆਂ, ਅਮੀਰਾਂ, ਫਿਲਾਸਫਰਾਂ, ਕਵੀਆਂ, ਮੁਸੱਵਰਾਂ ਤੇ ਉਹਨਾਂ ਦੇ ਫਿੱਕੇ ਸ਼ੁਗਲਾਂ ਤੇ ਹੱਸਦਾ ਹੈ ਤੇ ਆਪਣੇ ਲਈ ਬੇਲੋੜੇ ਸਮਝਦਾ ਹੈ। ਇੱਥੇ ਭੁੱਖ, ਨੀਂਦ, ਪਿਆਸ ਆਦਿਕ ਸਭ ਜ਼ਰੂਰੀ ਲੋੜਾਂ ਵੀ ਨਹੀਂ ਰਹਿੰਦੀਆਂ। ਸ੍ਰੀ ਗੁਰੂ ਅਮਰਦਾਸ ਜੀ ਫਰਮਾਨ ਕਰਦੇ ਨੇ, ਤਿੱਥੈ ਊਂਘ ਨਾ ਭੁੱਖ ਹੈ, ਹਰ ਅੰਮ੍ਰਿਤ ਨਾਮ ਸੁਖਵਾਸ। ਬਸ ਅਭਿਆਸ ਵਿੱਚ ਬੈਠੇ ਰਹਿਣ ਨੂੰ ਹੀ ਜੀ ਕਰਦਾ ਰਹਿੰਦਾ ਹੈ। ਇਸ ਅਵਸਥਾ ਵਿੱਚ ਅਭਿਆਸੀ ਦੇ ਸਰੀਰ ਨੂੰ ਦੁੱਖ, ਸੁੱਖ, ਪਾਲਾ ਜਾਂ ਗਰਮੀ ਕੁਝ ਵੀ ਨਹੀਂ ਪਾਉਂਦਾ। ਉਸ ਨੂੰ ਹਵਾ ਤੇ ਸਵਾਸਾਂ ਦੀ ਲੋੜ ਵੀ ਨਹੀਂ ਰਹਿੰਦੀ, ਕਿਉਂਕਿ ਉਸ ਦਾ ਸਰੀਰ ਨਾਲੋਂ ਸੰਬੰਧ ਉੱਕਾ ਹੀ ਟੁੱਟ ਚੁੱਕਾ ਹੁੰਦਾ ਹੈ। ਇਸ ਅਵਸਥਾ ਦੇ ਪੂਰਨ ਅਭਿਆਸੀ ਆਪਣੀ ਖੁਸ਼ੀ ਨਾਲ ਆਪਣੀ ਆਤਮਾ ਨੂੰ ਆਪਣੇ ਸਰੀਰ ਨਾਲੋਂ ਅਲੱਗ ਕਰ ਸਕਦੇ ਨੇ। ਜਿੱਥੇ ਸਰੀਰ ਕਿਸੇ ਬਾਹਰੀ ਕੱਪੜੇ ਦੀ ਤਰ੍ਹਾਂ ਵੱਖ ਪਿਆ ਰਹਿੰਦਾ ਹੈ, ਤੇ ਆਪ ਉਹ ਕਿੰਨਾ ਚਿਰ ਸਰੀਰ ਤੋਂ ਬਾਹਰ ਸੂਖਮ ਮੰਡਲ ਦੀ ਸੈਰ ਕਰ ਸਕਦੇ ਨੇ, ਜਿੱਥੇ ਸਰੀਰ ਦੀ ਪਹੁੰਚ ਨਹੀਂ ਹੁੰਦੀ। ਇਹ ਗੱਲ ਅਕਲ ਦੇ ਦਾਇਰੇ ਤੋਂ ਬਾਹਰ ਹੈ। ਕੇਵਲ ਇਸ ਅਵਸਥਾ ਵਿੱਚ ਪਹੁੰਚ ਕੇ ਹੀ ਇਸ ਸੱਚਾਈ ਦਾ ਪਤਾ ਲੱਗਦਾ ਹੈ, ਤੇ ਫਿਰ ਹੀ ਬੰਦਾ ਇਸ ਸੱਚਾਈ ਨੂੰ ਪ੍ਰਵਾਨ ਕਰ ਸਕਦਾ ਹੈ। ਇਸ ਅਵਸਥਾ ਵਿੱਚ ਆਤਮਾ ਦਾ ਸਰੀਰ ਉੱਤੇ ਪੂਰਨ ਹੁਕਮ ਅਤੇ ਕਬਜ਼ਾ ਹੁੰਦਾ ਹੈ। ਸਰੀਰ ਆਤਮਾ ਦਾ ਹੁਕਮੀ ਬੰਦਾ ਬਣ ਜਾਂਦਾ ਹੈ। ਜਿਹੜੇ ਮਹਾਂਪੁਰਸ਼ ਇਸ ਅਵਸਥਾ ਦੇ ਮਾਲਕ ਨੇ, ਉਹ ਜਾਣਦੇ ਨੇ ਕਿ ਜੇ ਆਤਮਾ ਚਾਹੇ ਤਾਂ ਸਰੀਰ ਬਿਲਕੁਲ ਹਲਕਾ ਹੋ ਸਕਦਾ ਹੈ। ਇਸ ਦਾ ਵਜ਼ਨ ਆਪਣੇ ਆਪ ਵਿੱਚ ਹੀ ਇਸ ਤਰ੍ਹਾਂ ਐਡਜਸਟ ਹੋ ਜਾਂਦਾ ਹੈ ਕਿ ਜ਼ਮੀਨ ਉੱਤੇ ਭਾਰ ਵੀ ਨਹੀਂ ਰਹਿੰਦਾ। ਜੇ ਆਤਮਾ ਚਾਹੇ ਤਾਂ ਸਰੀਰ ਪਵਨ ਰੂਪ ਹੋ ਜਾਂਦਾ ਹੈ, ਤਾਂ ਕਿ ਆਮ ਲੋਕਾਂ ਨੂੰ ਨਜ਼ਰ ਨਾ ਆਵੇ। ਪਰ ਇਹ ਗੱਲ ਫਿਰ ਦਿਮਾਗੀ ਚਾਰ ਦੀਵਾਰੀ ਵਿੱਚ ਫਸੇ ਇਨਸਾਨ ਨਹੀਂ ਸਮਝ ਸਕਦੇ।
ਪਰ ਇਹ ਗੱਲ ਵੀ ਯਾਦ ਰੱਖਣੀ ਚਾਹੀਦੀ ਹੈ ਕਿ ਸਾਇੰਸ ਨੇ ਵੀ ਤੇ ਫਿਲਾਸਫਰਾਂ ਨੇ ਵੀ ਇਹ ਗੱਲ ਆਮ ਪ੍ਰਸਿੱਧ ਕਰ ਦਿੱਤੀ ਹੈ ਕਿ ਸਾਡੇ ਖਿਆਲਾਂ ਦਾ ਅਸਰ ਸਾਡੇ ਸਰੀਰ ਦੀ ਬਣਾਵਟ ਉੱਤੇ ਪੂਰਨ ਪ੍ਰਭਾਵ ਪਾ ਦਿੰਦਾ ਹੈ। ਇਹ ਸਰੀਰ ਹੈ ਹੀ ਸਾਡੇ ਖਿਆਲਾਂ ਜਾਂ ਸਾਡੇ ਸੰਕਲਪਾਂ ਦਾ ਨਤੀਜਾ। ਜਦੋਂ ਗਿਆਨ ਹੋ ਜਾਏ ਤਾਂ ਭਰੋਸਾ, ਯਕੀਨ ਤੇ ਇਸ ਵਿਸ਼ਵਾਸ ਤੋਂ ਪੈਦਾ ਹੋਈਆਂ ਸਭ ਸ਼ਕਤੀਆਂ ਆਪਣੇ ਆਪ ਆ ਕੇ ਅਭਿਆਸੀ ਵਿੱਚ ਨਿਵਾਸ ਕਰਦੀਆਂ ਨੇ। ਅਭਿਆਸੀ ਦੀ ਇੱਛਾ ਮੁਤਾਬਕ ਇਹ ਸਰੀਰ ਰੰਗ ਬਦਲ ਲੈਂਦਾ ਹੈ ਤੇ ਜੇ ਅਭਿਆਸੀ ਚਾਹੇ ਤਾਂ ਪੰਜ ਭੂਤਕ ਸਰੀਰ ਨੂੰ ਤੱਤਾਂ ਵਿੱਚ ਮਿਲਾ ਕੇ ਆਪ ਨਿਜ ਆਤਮਾ ਰੂਪ ਵਿੱਚ ਲੀਨ ਹੋ ਸਕਦਾ ਹੈ। ਇਹ ਗੱਲ ਆਤਮ ਗਿਆਨੀਆਂ ਦੀ ਸਮਝ ਵਿੱਚ ਹੀ ਆ ਸਕਦੀ ਹੈ। ਮੇਰਾ ਆਪਣਾ ਅਭਿਆਸ ਇਥੋਂ ਤੱਕ ਹਾਲਾ ਨਹੀਂ, ਪਰ ਜੋ ਕੁਝ ਮੈਨੂੰ ਅਨੁਭਵ ਦੇ ਨੇਤਰਾਂ ਨਾਲ ਦਿਸਦਾ ਹੈ ਉਸ ਤੋਂ ਮੇਰਾ ਪੂਰਨ ਨਿਸ਼ਚੈ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨਦੀ ਵਿੱਚ ਕਈ ਦਿਨ ਅਲੋਪ ਰਹਿ ਸਕਦੇ ਸਨ, ਆਪਣੀ ਖੁਸ਼ੀ ਨਾਲ ਆਪਣੇ ਸਰੀਰ ਦਾ ਤਿਆਗ ਕਰ ਸਕਦੇ ਸਨ ਅਤੇ ਆਪਣੇ ਸਰੀਰ ਦੇ ਅੰਤਿਮ ਸੰਸਕਾਰ ਜਾਂ ਦਬਾਉਣ ਸੰਬੰਧੀ ਲੋਕਾਂ ਦੇ ਝਗੜਨ ਉੱਤੇ ਉਸ ਸਰੀਰ ਨੂੰ ਆਤਮਿਕ ਸ਼ਕਤੀ ਦੇ ਨਾਲ ਹੀ ਤੱਤਾਂ ਵਿੱਚ ਅਲੋਪ ਕਰ ਸਕਦੇ ਸਨ। ਆਖਰ ਅਸੀਂ ਵੀ ਤੇ ਸਰੀਰ ਨਾਲ ਇਹ ਕੁਝ ਕਰਦੇ ਹਾਂ ਨਾ। ਆਤਮਾ ਦੇ ਸਰੀਰ ਛੱਡ ਜਾਣ ਮਗਰੋਂ ਅੱਗ ਦੇ ਰਾਹੀਂ ਸਰੀਰ ਨੂੰ ਪੰਜਾਂ ਤੱਤਾਂ ਵਿੱਚ ਹੀ ਮਿਲਾ ਦਿੰਦੇ ਹਾਂ। ਅਭਿਆਸੀ ਜਨ ਆਤਮਿਕ ਸ਼ਕਤੀ ਦੇ ਨਾਲ ਮਿਲਾ ਦਿੰਦੇ ਨੇ। ਇਸ ਅਵਸਥਾ ਦਾ ਸਬੂਤ ਭਗਤ ਕਬੀਰ ਜੀ ਦੇ ਇਸ ਕਥਨ ਤੋਂ ਮਿਲਦਾ ਹੈ, ਪਵਨ ਰੂਪ ਹੋਏ ਜਾਵੇਂਗੇ। ਸਮਾਧੀ ਦੀ ਬਹੁਤ ਡੂੰਘੀ ਹਾਲਤ ਵਿੱਚ ਪਹੁੰਚ ਕੇ ਅਭਿਆਸੀ ਵਾਸਤੇ ਸਪੇਸ, ਟਾਈਮ ਐਂਡ ਕੈਜੂਅਲਿਟੀ ਭਾਵ ਦੇਸ਼, ਕਾਲ ਅਤੇ ਕਾਰਨ ਦੀ ਕੋਈ ਕੈਦ ਨਹੀਂ ਰਹਿੰਦੀ। ਉਹ ਆਪਣੀ ਆਤਮਾ ਨੂੰ ਸਰਬ ਵਿਆਪਕ ਪਰਮਾਤਮਾ ਵਿੱਚ ਬਿਲਕੁਲ ਅਭੇਦ ਵੇਖਦਾ ਹੈ। ਜਿਸ ਤਰ੍ਹਾਂ ਸਾਡਾ ਖਿਆਲ ਜਿੱਥੇ ਚਾਹੇ ਇੱਕ ਛਿਨ ਵਿੱਚ ਹੀ ਉੱਥੇ ਪਹੁੰਚ ਜਾਂਦਾ ਹੈ ਤੇ ਸੁਪਨੇ ਵਿੱਚ ਸਾਡਾ ਸੂਖਮ ਸਰੀਰ ਜਿੱਥੇ ਚਾਹੇ ਬਿਨਾਂ ਫਾਸਲੇ ਜਾਂ ਵਕਤ ਦੀ ਕੈਦ ਦੇ ਪਹੁੰਚ ਸਕਦਾ ਹੈ, ਇਸੇ ਤਰ੍ਹਾਂ ਅਭਿਆਸੀ ਜਾਗਰਤ ਅਵਸਥਾ ਵਿੱਚ ਸਰੀਰ ਸਮੇਤ ਜਿੱਥੇ ਚਾਹੇ ਉੱਥੇ ਪਹੁੰਚ ਸਕਦਾ ਹੈ। ਭਾਵੇਂ ਅੱਜ-ਕੱਲ ਦੇ ਦਲੀਲ ਅਤੇ ਅਕਲ ਦੇ ਗੁਲਾਮ, ਵਿਸ਼ਵਾਸਹੀਨ, ਪੜ੍ਹੇ ਲਿਖੇ ਸੱਜਣ ਇਹਨਾਂ ਆਤਮਿਕ ਗੱਲਾਂ ਨੂੰ ਨਾ ਸਮਝਦੇ ਹੋਏ ਇਹਨਾਂ ਗੱਲਾਂ ਦਾ ਸੰਭਵ ਹੋਣਾ ਨਹੀਂ ਮੰਨਦੇ, ਪਰ ਜਦੋਂ ਉਹ ਸਿਮਰਨ ਦੇ ਰਾਹੀਂ ਜ਼ਰਾ ਉੱਚੀਆਂ ਆਤਮਿਕ ਅਵਸਥਾਵਾਂ ਵਿੱਚ ਪਹੁੰਚਣਗੇ ਤਾਂ ਉਹਨਾਂ ਨੂੰ ਆਤਮਾ ਦੀਆਂ ਤਾਕਤਾਂ ਦਾ ਬਿਨਾਂ ਕਿਸੇ ਦਲੀਲ ਦੇ, ਬਿਨਾਂ ਕਿਸੇ ਦੇ ਸਮਝਾਉਣ ਦੇ ਖੁਦ ਬਖੁਦ ਯਕੀਨ ਆ ਜਾਵੇਗਾ। ਮੈਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕਈ ਦਿਨ ਨਦੀ ਵਿੱਚ ਗਾਇਬ ਰਹਿਣ ਮਗਰੋਂ ਜਿਉਂਦੇ ਜੀ ਬਾਹਰ ਆਉਣ ਤੇ ਬੇਬੇ ਨਾਨਕੀ ਦੇ ਯਾਦ ਕਰਨ ਤੇ ਬੜੀ ਦੂਰੋਂ ਭਾਈ ਮਰਦਾਨੇ ਸਮੇਤ ਬੇਬੇ ਜੀ ਕੋਲ ਪਹੁੰਚਣ ਦੀਆਂ ਸਾਖੀਆਂ ਨੂੰ ਬਿਲਕੁਲ ਹੀ ਸੰਭਵ ਸਮਝਣਾ। ਉਹ ਸੱਜਣ ਜਿਹੜੇ ਇਤਿਹਾਸ ਵਿੱਚੋਂ ਇਹੋ ਜਿਹੀਆਂ ਸਾਖੀਆਂ ਇਸ ਵਾਸਤੇ ਕੱਢਣਾ ਚਾਹੁੰਦੇ ਨੇ ਕਿ ਉਹ ਖੁਦ ਤੇ ਆਮ ਲੋਕ ਇਹਨਾਂ ਸਾਖੀਆਂ ਦੇ ਸੰਭਵ ਹੋਣ ਵਿੱਚ ਸ਼ੱਕ ਕਰਦੇ ਨੇ, ਉਹ ਨਾਮ ਦੀ ਮਹਿਮਾ, ਆਤਮਾ ਦੀ ਤਾਕਤ ਅਤੇ ਪੋਸੀਬਿਲਿਟੀਜ਼, ਸਾਧੂ ਦੀਆਂ ਆਤਮਿਕ ਸ਼ਕਤੀਆਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਨਾਲ ਬੜੀ ਬੇਇਨਸਾਫੀ ਕਰਦੇ ਨੇ। ਸ਼ਾਇਦ ਉਹ ਨਹੀਂ ਜਾਣਦੇ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਸ ਖਿਆਲ ਨੂੰ ਇਸ ਤਰ੍ਹਾਂ ਸਪਸ਼ਟ ਕਰ ਦਿੱਤਾ ਸੀ। ਪਿੰਗਲ ਪਰਬਤ ਪਾਰ ਪਰੇ ਖਾਲ ਚਤੁਰ ਬਕੀਤਾ, ਅੰਧੁਲੇ ਤ੍ਰਿਭਵਨ ਸੂਝਿਆ ਗੁਰ ਭੇਟ ਪੁੰਡੀਤਾ, ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ, ਮੈਲ ਖੋਈ ਕੋਟ ਅਗ ਹਰੇ ਨਿਰਮਲ ਭਏ ਚੀਤਾ। ਰਹਾਓ।
ऐसी भगत गोविंद की कीट हस्ती जीता, जो जो कीनो अपनो तिस अभय दान दीता। सिंह बिलाई होए गयो तृण मेर दिखीता, श्रम करते दम आडकाओ ते गणी तनीता। कवन वडाई कह सकूं बेअंत गुणीता, कर कृपा मोहे नाम देहो नानक दार सरीता। आत्मिक ज्ञान जो कि दुनिया के सब ज्ञानां नालों मुश्किल ते बड़ा भेद भरिया है, इस नूं समझण वास्ते जिंदगी का थोड़े तो थोड़ा वक्त भी ना देंदियां इस ज्ञान नूं मखौल करना जां सच्चे गुरमुखां जां संतां साधुआं नूं मखौल करना, यह बहुत अणियां वाली गल है। भाई भजन अथवा बंदगी तां इहो जिही एक खिच है जिस वाल अज तक कोई ऐसा पुरुष नहीं जो शरधा नाल झुकिया होवे ते फिर निराश होया होवे। नास्तिक तां अनेकां होए ने जिन्हां ने रब नूं मिलण वास्ते सच्ची कोशिश की ते रब दे दर्शन करके बड़े भगत जां पूरे आस्तिक बन गए। पर ऐसा कोई आदमी नहीं जे जिसने बंदगी कीती होवे ते उसनूं सुख सहज ते आनंद दी प्राप्ति ना होई होवे। इस तरह हो ही नहीं सकता। वाहिगुरू वल एक कदम तुरीए, एक सच्चा हमला मारीए, उस दा फल उसे वेले आनंद शांति अते धीरज दी शक्ल विच मिल जांदा है। इस लई इस मार्ग ते तुरिया होया कोई भी कदम निसफल नहीं जांदा। बंदगी विच पूरा होना भावें कठिन काम है, पर असंभव बिल्कुल नहीं। जिवें चंगा कवि, चंगा लिखारी, चित्रकार, डॉक्टर जां इंजीनियर बनना बेहद कोशिश का नतीजा हुंदा है। इस तरह वाहिगुरू दा सच्चा भगत बनना भी कोई आसान काम थोड़ा है। बड़ी मेहनत, धीरज अते अपनियां कमजोरियां नाल लड़ाइयां तो बाद किते यह दर्जा हासिल हुंदा है। पर भगत लोग बंदगी दियां बड़ियां कठिन मंजिलां विचों लंघदे होए भी खुश, प्रसन्न ते वाहिगुरू दे शुक्रगुजार रहिंदे ने। वो समझदे ने कि उन्हां ने कोई कोशिश जां मेहनत कीती ही नहीं, बस सब वाहिगुरू दी मेहर ही सी। वो वेखदे ने कि उन्हां दी हर कोशिश दे बदले उन्हां नूं कई गुणा ज्यादा आनंद, शाबाश ते हौसला मिलदा रहा। इसे वास्ते ओ निर्माण भी रहिंदे ने। एक वार दी गल है, मैं रात समय बंदगी विच बैठिया किसे मुश्किल दे हल ना होण ते जार जार रो रहा सा। अथरूआं नाल मेरी कमीज गिल्ली हो गई। तां ही मेरी आत्मा विचों एक तरंग जही उठी ते हौली हौली वड्डी हुंदी गई। इथों तक कि इसने मेरी आत्मा नूं अपनी जफ्फी विच वलेट लिया, प्यार नाल घुटिया ते स्नेह दिता। मैनू महसूस होया जिवें इस आत्मिक तरंग ने मैनू प्यार दी गलवकड़ी पाई हुई है। बस इस जफ्फी विच ओहा ही आनंद सी जिहड़ा बचपन विच मां प्यो दी गलवकड़ी नूं भी मात कर रहा सी। यह आत्मिक तरंग मेरे अथरू पूंजदी, चुमदी, सिर ते हथ फेरदी ते दिलासा देंदी जापदी सी। इस अवस्था विच ही मैं सौ गया, जां इस तरह आखो कि सुख नींदरे दी अवस्था विच रात भर पिया रहा। बस सवेर हुंदियां ही मेरी सारी मुश्किल हल होई पई सी। इस मुश्किल दा हल होना मेरी इंसानी अकल वास्ते एक बहुत हैरानी वाली गल सी। जिस गल नूं मैं एक दिन पहलों असंभव समझदा सां, ओह गल मेरियां अखां दे सामने संभव होई पई सी।